श्री नानक अंगद गुरु अमरदास पद बंद रामदास अर्जन गुरु बर श्री हरगोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदद बंदों कार्य अनुराग जजन भजन मम खालसा खालसा पूज बिजोग दास गोबिंद फतेह खालसा दर्श परस मिटे सोग आत्म रस जो जानही सो है खालस देव प्रभ मैं मोह महतास में कंचक नाहिन पेव ऊक उचरै शास्त्र खाट पिंग गिरन चढ़ जाए अंध लख बदरो सुनै जो काल कृपा कराई कहाँ बुद्ध प्रभ तुच्छ हमारी बरन सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी। सतनाम वाहिगुरु साहिब जी दोहरा पैनी थी रंबी करी ਧਰ ਮੱਥਿਓਂ ਦਈ ਦਬਾਏ ਮੱਥੇ ਤੇ ਕੰਨਾ ਤਈ ਗਿੱਚਿਓਂ ਦਈ ਪੁਟਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਪਾ ਰਹੇ ਹੋ ਔਰ ਹਰ ਰੋਜ਼ ਸ਼ਾਮ ਨੂੰ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਹੈ। ਉਪਰੰਤ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਜੀ ਦੀ ਕਥਾ ਆਪ ਜੀ ਸਰਵਣ ਕਰਦੇ ਹੋ। ਸਤਿਗੁਰੂ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ, ਇਸ ਪੰਥ ਨੂੰ ਆਪਣਾ ਰੂਪ ਦਿੱਤਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਔਰ ਫਿਰ ਇਸ ਪੰਥ ਨੇ ਗੁਰੂ ਪਾਤਸ਼ਾਹ ਦੇ ਆਦਰਸ਼ ਦੇ ਉੱਤੇ ਪਹਿਰਾ ਦਿੰਦੇ ਹੋਏ ਵੱਡੇ ਵੱਡੇ ਭਾਰੀ ਸੰਕਟਾਂ ਦਾ ਸਾਹਮਣਾ ਕੀਤਾ। ਜੰਗਾਂ ਯੁੱਧਾਂ ਵਿੱਚ ਇਹ ਸਿੰਘ ਜੂਝਦੇ ਰਹੇ, ਕੁਰਬਾਨੀਆਂ ਕਰਦੇ ਰਹੇ ਔਰ ਖਾਲਸੇ ਦੀਆਂ ਇਹਨਾਂ ਕੁਰਬਾਨੀਆਂ ਸ਼ਹਾਦਤਾਂ ਦੇ ਸਦਕਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਂ ਆਇਆ ਸੀ, ਖਾਲਸੇ ਦਾ ਰਾਜ ਬਣਿਆ ਸੀ। ਔਰ ਇਸੇ ਸਮੇਂ ਨੇ ਹੀ ਸਿੰਘਾਂ ਨੂੰ ਦੁਨੀਆ ਦੇ ਵਿੱਚ ਇੱਕ ਵੱਖਰਾ ਪੰਥ, ਵੱਖਰੀ ਕੌਮ, ਵੱਖਰਾ ਨਿਸ਼ਾਨ, ਵੱਖਰਾ ਨਗਾਰਾ ਦਿੱਤਾ ਜੋ ਅੱਜ ਸਾਡੀ ਨਿਰਾਲੀ ਪਛਾਣ ਹੈ, ਖਾਲਸੇ ਦੀ ਪਛਾਣ ਹੈ। ਇਹਦਾ ਕਾਰਨ ਉਹ 18ਵੀਂ ਸਦੀ ਦੇ ਸ਼ਹੀਦ ਸਿੰਘ ਹੀ ਹਨ। ਜੇ ਉਹ ਸਿੰਘ ਤੇਗਾ ਨਾ ਮਾਰਦੇ, ਇਤਨੇ ਜ਼ੁਲਮ ਜਬਰ ਨਾ ਸਹਿੰਦੇ ਔਰ ਜਾਬਰਾਂ ਨਾਲ ਟੱਕਰ ਨਾ ਲੈਂਦੇ ਤਾਂ ਸਿੱਖ ਇੱਕ ਛੋਟੀ ਜਿਹੀ ਸੰਪਰਦਾਇ ਭਾਵੇਂ ਬਣ ਜਾਂਦੇ ਪਰ ਸਮੁੱਚਾ ਪੰਥ ਨਹੀਂ ਸੀ ਬਣ ਸਕਦੇ। ਸ਼ਹੀਦਾਂ ਨੇ ਕੁਰਬਾਨੀਆਂ ਕਰਕੇ, ਤੇਗਾਂ ਮਾਰ ਮਾਰ ਕੇ ਇਹ ਪੰਥ ਦਾ ਬਹੁਤ ਵੱਡਾ ਵਿਸਥਾਰ ਕੀਤਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨੇ ਇਹਨੂੰ ਬਹੁਤ ਜ਼ਿਆਦਾ ਸ਼ਿੰਗਾਰਿਆ ਸਵਾਰਿਆ ਹੈ। ਸੋ ਖਾਲਸਾ ਜੀ, ਸ੍ਰੀ ਗੁਰੂ ਪੰਥ ਪ੍ਰਕਾਸ਼ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸਨ 1745 ਦਾ ਸਮਾਂ ਹੈ, ਲਾਹੌਰ ਪਹੁੰਚਾਏ ਗਏ ਨੇ। ਬੜੇ ਭਾਰੀ ਤਸੀਹੇ ਦੁੱਖ ਦਿੱਤੇ ਗਏ, ਜੇਲ੍ਹਾਂ 'ਚ ਰੱਖਿਆ ਗਿਆ। ਚਰਖੜੀ ਤੇ ਵੀ ਤਾਰੂ ਸਿੰਘ ਨੂੰ ਚਾੜਿਆ ਸੀ।
ਚਰਖੜੀ ਤੇ ਚਾੜਨ ਨਾਲ ਸਰੀਰ ਦੇ ਸਾਰੇ ਅੰਗ ਕੜਕ ਜਾਂਦੇ ਹਨ, ਟੁੱਟ ਜਾਂਦੇ ਹਨ, ਹੱਡ ਚੂਰ ਹੋ ਜਾਂਦੇ ਹਨ। ਉਹ ਵੀ ਦੁੱਖ ਦਿੱਤਾ ਗਿਆ, ਹੋਰ ਵੀ ਕਸ਼ਟ ਦਿੱਤੇ ਗਏ। ਅਖੀਰ ਜ਼ਕਰੀਆ ਖਾਂ ਕਹਿਣ ਲੱਗਾ, ਤਾਰੂ ਸਿੰਘ ਅਜੇ ਸਮਾਂ ਹੈ, ਦੀਨ ਇਸਲਾਮ ਕਬੂਲ ਕਰਕੇ ਆਪਣੀ ਜਾਨ ਬਚਾ ਸਕਦਾ ਤਾਂ ਬਚਾ ਲੈ। ਵੱਡੀਆਂ ਭਾਰੀਆਂ ਸਹੂਲਤਾਂ ਦਿਆਂਗਾ, ਜਗੀਰਾਂ ਦਿਆਂਗਾ, ਔਰ ਵੱਡੇ ਵੱਡੇ ਖਾਨਦਾਨ ਦੀਆਂ ਸ਼ਹਿਜ਼ਾਦੀਆਂ ਦੇ ਡੋਲੇ ਤੈਨੂੰ ਦਿਆਂਗਾ। ਭਾਈ ਸਾਹਿਬ ਤਾਰੂ ਸਿੰਘ ਜੀ ਨੇ ਆਖਿਆ, ਮੇਰੇ ਕੰਨਾਂ 'ਚ ਆਵਾਜ਼ ਹੀ ਨਾ ਪਾ, ਜੇ ਤੂੰ ਮੈਨੂੰ ਕੁਝ ਦੇਣਾ ਚਾਹੁੰਦਾ ਤਾਂ ਮੌਤ ਦੇ, ਮੈਂ ਸ਼ਹੀਦੀ ਪ੍ਰਵਾਨ ਕਰਾਂਗਾ, ਪਰ ਮੈਂ ਤੇਰੇ ਤੋਂ ਹੋਰ ਕੁਝ ਨਹੀਂ ਸੁਣਾਂਗਾ। ਜਦੋਂ ਕੇਸਾਂ ਦੀ ਗੱਲ ਆਈ ਕਿ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇਗੀ, ਜ਼ਕਰੀਆ ਨੇ ਕਿਹਾ, ਪਹਿਲਾਂ ਮੈਂ ਤੇਰੇ ਕੇਸ ਹੀ ਜੁੱਤੀਆਂ ਮਾਰ ਕੇ ਉਡਾ ਦਿਆਂਗਾ। ਭਾਈ ਸਾਹਿਬ ਦੇ ਮੂੰਹ ਤੋਂ ਬਚਨ ਨਿਕਲਿਆ, ਜ਼ਕਰੀਆ ਖਾਨ, ਮੇਰੀ ਸਿੱਖੀ ਤਾਂ ਕੇਸਾਂ ਸੁਆਸਾਂ ਨਾਲ ਨਿਭ ਜਾਏਗੀ, ਪਰ ਖਾਲਸਾ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਲੈ ਜਾਏਗਾ। ਇਹ ਬਚਨ ਭਾਈ ਸਾਹਿਬ ਦੇ ਅਟਲ ਹੋਣੇ ਹੈ। ਸੋ ਹੁਣ ਜ਼ਕਰੀਆ ਨੇ ਗੁੱਸੇ 'ਚ ਆ ਕੇ ਨਾਈਆਂ ਨੂੰ ਸੱਦ ਲਿਆ, ਕਹਿਣ ਲੱਗਾ, ਇਹਦੇ ਕੇਸ ਕੱਟ ਦਿਓ। ਜਿਮ ਜਿਮ ਨੌਵਨ ਨਵਾਬ ਡਰਾਵੇ, ਤਿਮ ਤਿਮ ਨੌਵਨ ਹੱਥ ਕੰਪਾਵੇ। ਕਹਿੰਦੇ ਉਹਨਾਂ ਨਾਈਆਂ ਦੇ ਹੱਥ ਕੰਬਣ ਲੱਗ ਪਏ, ਹਥਿਆਰ ਖੁੰਡੇ ਹੋ ਗਏ, ਕੇਸ ਕੱਟੇ ਨਹੀਂ ਗਏ। ਜ਼ੋਰ ਲੱਗ ਗਿਆ ਜਦੋਂ ਭਾਈ ਸਾਹਿਬ ਦੇ ਕੇਸ ਨਹੀਂ ਕੱਟੇ ਗਏ। ਗੁੱਸੇ 'ਚ ਆ ਕੇ ਕਹਿਣ ਲੱਗਾ, ਰੰਬੀ ਦੇ ਨਾਲ ਇਹਦੀ ਖੋਪਰੀ ਲਾ ਦਿਓ। ਮੋਚੀਆਂ ਵਾਲੀ ਰੰਬੀ ਲਿਆਂਦੀ ਗਈ, ਮੱਥਿਓਂ ਧਰ ਕੇ ਦਬਾ ਕੇ, ਤੇ ਇਸ ਤਰ੍ਹਾਂ ਮੱਥੇ ਤੋਂ ਸ਼ੁਰੂ ਕਰਕੇ ਕੰਨਾਂ ਤੋਂ ਕਿ ਇਹ ਜਿਹੜੀ ਉੱਪਰਲੀ ਚਮੜੀ ਹੈ ਇਹਨੂੰ ਉਸ ਦੇ ਨਾਲ ਕੱਟ ਕੇ ਤੇ ਗਿੱਚੀ ਤੋੜੀ, ਫਿਰ ਉੱਤੋਂ ਕੇਸਾਂ ਸਮੇਤ ਉਹ ਚਮੜੀ ਵੱਖਰੀ ਕਰ ਦਿੱਤੀ ਗਈ, ਖੋਪਰੀ ਲਾ ਦਿੱਤੀ। ਉਹ ਕਥਾ ਸੁਣੋ, ਭਾਈ ਸਾਹਿਬ ਰਤਨ ਸਿੰਘ ਜੀ ਲਿਖ ਰਹੇ ਹੈ। ਸਾਰੀ ਸੰਗਤ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੈਨੀ ਥੀ ਰੰਬੀ ਕਰੀ, ਧਰ ਮੱਥਿਓਂ ਦਈ ਦਬਾਏ। ਪੈਨੀ ਕਹਿੰਦੇ ਤਿੱਖੀ ਕੀਤੀ ਹੋਈ ਸੀ, ਰੰਬੀ ਪੱਥਰ ਤੇ ਘਸਾ ਘਸਾ ਕੇ, ਬਹੁਤ ਤਿੱਖੀ ਰੰਬੀ ਮੱਥੇ ਤੇ ਧਰ ਕੇ ਦਬਾ ਦਿੱਤੀ ਗਈ। ਮੱਥੇ ਤੇ ਕੰਨਾਂ ਤਈ, ਗਿੱਚਿਓਂ ਦਈ ਪੁਟਾਏ। ਤੇ ਮੱਥੇ ਤੋਂ ਕੰਨਾਂ ਤਾਈਂ ਤੇ ਗਿੱਚੀ ਤੋਂ, ਦੋਵੇਂ ਪਾਸਿਓਂ ਤੋਂ ਕੰਨਾਂ ਤੋਂ ਲਿਆ ਕੇ ਰੰਬੀ ਦੇ ਨਾਲ ਉਹ ਚੀਰ ਪਾਇਆ ਗਿਆ, ਤੇ ਦਬਾ ਦਬਾ ਕੇ ਨਾਲੋਂ ਚਮੜੀ ਨੂੰ ਮਾਸ ਨਾਲੋਂ ਵੱਖਰਾ ਕਰਕੇ ਉੱਪਰੋਂ ਦੀ ਖਿੱਚ ਦਿੱਤਾ ਗਿਆ। ਚਾਉ ਪਈ ਸਿੰਘ ਜੀ ਮੁਖ ਤੇ ਸੀ ਨਾ ਕਰੀ। ਜਦੋਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾ ਰਹੇ ਸਨ, ਭਾਈ ਸਾਹਿਬ ਬੈਠੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਸੀ ਨਹੀਂ ਕੀਤੀ, ਜੋ ਵਾਹਿਗੁਰੂ ਦਾ ਭਾਣਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਭਾਣਾ ਮਿੱਠਾ ਕਰਕੇ ਮੰਨ ਰਹੇ ਸਨ। ਧੰਨ ਧੰਨ ਗੁਰਮੁਖ ਕਹਿਣੀ ਸਰੀ। ਧੰਨ ਗੁਰਮੁਖ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਹਨ। ਇਹ ਗੱਲ ਸਾਰੀ ਦੁਨੀਆ ਕਹਿੰਦੀ ਹੈ, ਇਹ ਗੱਲ ਕਹਿਣੀ ਬਣਦੀ ਹੈ। ਹਾਂਜੀ, ਹਕਾਰੋ ਦੇਖ ਲੋਕ ਬਹੁ ਭਰੇ। ਕਹਿੰਦੇ ਜਦੋਂ ਇਹ ਕੌਤਕ ਵੇਖਿਆ, ਵੇਖਣ ਵਾਸਤੇ ਦੁਨੀਆ ਬੜੀ ਆਈ ਨਖਾਸ ਚੌਂਕ ਦੇ ਵਿੱਚ। ਉੱਥੇ ਅੱਜ ਕੱਲ 2 ਸ਼ਹੀਦਗੰਜ ਹਨ ਸਾਧ ਸੰਗਤ ਜੀ, ਵੈਸੇ ਤਾਂ 3 ਹਨ। ਇੱਕ ਸਿੰਘਣੀਆਂ ਦਾ ਸ਼ਹੀਦਗੰਜ ਹੈ, ਇੱਕ ਭਾਈ ਮਨੂ ਸਿੰਘ ਦਾ ਸ਼ਹੀਦਗੰਜ ਹੈ, ਇੱਕ ਭਾਈ ਤਾਰੂ ਸਿੰਘ ਦਾ ਸ਼ਹੀਦਗੰਜ ਹੈ। ਜਦੋਂ ਦਾ ਪਾਕਿਸਤਾਨ ਬਣਿਆ ਹੈ, ਉਹਨਾਂ ਗੁਰਦੁਆਰਿਆਂ ਗੁਰਧਾਮਾਂ ਦੀ ਖੁੱਲੇ ਦਰਸ਼ਨ ਦੀਦਾਰ ਦੀ ਜੋ ਸੱਧਰ ਹੈ ਉਹ ਅਧੂਰੀ ਹੋ ਰਹੀ ਹੈ ਸਾਡੀ। ਪਹਿਲਾਂ ਉੱਥੇ ਬੜਾ ਸੁੰਦਰ ਪੂਜਾ ਪਾਠ ਦਾ ਬੰਦੋਬਸਤ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਨੇ ਕਰਵਾਇਆ ਹੁੰਦਾ ਸੀ, ਲੰਮੇ ਸਮੇਂ ਤੋਂ ਚੱਲਦਾ ਰਿਹਾ। ਛੋਟੇ ਛੋਟੇ ਦਰਬਾਰ ਬੜੇ ਸੁੰਦਰ ਬਣੇ ਹੋਏ ਸਾਰੇ ਹੀ। ਸ਼ਹੀਦਗੰਜ ਭਾਈ ਤਾਰੂ ਸਿੰਘ ਜੀ ਦਾ, ਜਿੱਥੇ ਭਾਈ ਸਾਹਿਬ ਜੀ ਦੀ ਖੋਪਰੀ ਲਾਈ ਗਈ ਹੈ। ਜੋ ਸੋ ਸੁਨੈ ਸੋ ਹੈ ਕਰੇ। ਉੱਥੇ ਬੜੀ ਦੁਨੀਆ ਦੇਖਣ ਆਈ ਹੈ। ਜਿਹੜੇ ਦੇਖ ਰਹੇ ਸਨ ਉਹਨਾਂ ਦੇ ਮੂੰਹ ਚੁੰਗਲਾਂ ਪੈ ਗਈਆਂ, ਜਿਹੜੇ ਸੁਣ ਰਹੇ ਸੀ ਉਹ ਵੀ ਹਾਏ ਹਾਏ ਕਰਨ ਲੱਗੇ। ਹੈ ਸਭ ਜਗ ਭਇਓ,
ਹਾਹਾਕਾਰ ਮਚ ਗਈ। ਲੋਕ ਸਿਆਣੇ ਐਸੇ ਕਹੈ, ਸਿਆਣੇ ਲੋਕ ਸਮਝਦਾਰ ਰੱਬ ਤੋਂ ਡਰਨ ਵਾਲੇ ਲੋਕ ਇਉਂ ਕਹਿਣ ਲੱਗੇ ਪਤਸ਼ਾਹੀ ਇਨ ਕੀ ਨਾ ਰਹੈ। ਕਿ ਇਹਨਾਂ ਮੁਗਲਾਂ ਦੀ ਜ਼ਕਰੀਆ ਦੀ ਹੁਣ ਪਾਤਸ਼ਾਹੀ ਰਹਿਣੀ ਕੋਈ ਨਹੀਂ, ਇਹਨਾਂ ਦਾ ਬੇੜਾ ਗਰਕ ਹੋ ਜਾਣਾ ਹੈ, ਇਹਨਾਂ ਦਾ ਸੱਤਿਆਨਾਸ਼ ਹੋ ਜਾਣਾ। ਲੋਕਾਂ ਦੇ ਮੂੰਹ ਤੋਂ ਏਦਾਂ ਦੀਆਂ ਵੱਧ ਅਸੀਸਾਂ ਨਿਕਲਣ ਲੱਗੀਆਂ। 1800 ਉਪਰ 2 ਸਾਲ, 1802 ਬਿਕਰਮੀ ਤੇ 1745 ਈਸਵੀ ਦੀ ਇਹ ਗੱਲ ਹੈ। ਹਾਂਜੀ, ਸਾਕਾ ਕੀਓ ਤਾਰੂ ਸਿੰਘ ਨਾਲ, ਭਾਈ ਤਾਰੂ ਸਿੰਘ ਜੀ ਨਾਲ ਜ਼ਕਰੀਏ ਨੇ ਇਹ ਸਲੂਕ ਕੀਤਾ, ਸਾਕਾ ਕੀਤਾ। ਭਾਈ ਸਾਹਿਬ ਸ਼ਹੀਦੀ ਪਾਣ ਲੱਗੇ, ਖੋਪਰੀ ਲੁਹਾ ਲਈ ਪਰ ਕੇਸ ਨਹੀਂ ਕੱਟਣ ਦਿੱਤੇ। ਖਾਲਸਾ ਜੀ, ਅਸੀਂ ਜੋ ਸਿੰਘ ਨਾਮ ਰਖਾ ਕੇ ਅੱਜ ਆਪਣੇ ਕੇਸ ਆਪ ਹੀ ਕਟਾ ਰਹੇ ਹਾਂ, ਕਦੀ ਭਾਈ ਤਾਰੂ ਸਿੰਘ ਜੀ ਦੀ ਤਸਵੀਰ ਆਪਣੇ ਘਰ ਚ ਲਾਇਆ ਕਰੋ ਔਰ ਆਪਣੇ ਬੱਚਿਆਂ ਨੂੰ ਉਹ ਤਸਵੀਰ ਜ਼ਰੂਰ ਦਿਖਾਇਆ ਕਰੋ। ਇਦਾਂ ਨਾ ਕੇਸਾਂ ਦਾ ਪਤਾ ਲੱਗੇਗਾ ਵੀ ਦੇਖੋ ਇਹਨਾਂ ਕੇਸਾਂ ਪਿੱਛੇ ਕਿੰਨੇ ਸਿੰਘਾਂ ਨੇ ਤਸੀਹੇ ਝੱਲੇ ਪਰ ਕੇਸ ਨਹੀਂ ਕਟਾਏ। ਸੋ ਕੇਸਾਂ ਦੀ ਵੱਡੀ ਮਹਾਨਤਾ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਮੋਹਰ ਹੈ। ਬਲਕਿ ਜਿਹੜੇ ਆਪਣੇ ਆਪ ਨੂੰ ਹਿੰਦੂ ਕਹਾਉਂਦੇ ਹਨ, ਸਨਾਤਨ ਧਰਮ ਦੇ ਅਨੁਯਾਈ ਕਹਾਉਂਦੇ ਹਨ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਪੁਰਾਤਨ ਵੇਦਾਂ ਸ਼ਾਸਤਰਾਂ 'ਚ ਸ੍ਰੀ ਮੱਧ ਭਾਗਵਤ ਗੀਤਾ ਜੀ 'ਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸ਼ਵ ਕਿਹਾ। ਕੇਸ਼ਵ, ਕੇਸ਼ਵ ਦਾ ਮਤਲਬ ਕੇਸਾਂ ਵਾਲੇ। ਜਿਤਨੇ ਹਿੰਦੂ ਧਰਮ ਦੇ ਮਹਾਨ ਮਹਾਪੁਰਸ਼ ਹੋਏ ਹਨ, ਪੈਗੰਬਰ ਹੋਏ, ਸਾਰੇ ਕੇਸਾ ਧਾਰੀ ਹੋਏ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਦਾ, ਉਹਨਾਂ ਦਾ ਸਰੂਪ ਵੀ ਕੇਸਾਂ ਵਾਲਾ ਹੀ ਸੀਗਾ। ਉਹਨਾਂ ਦੀ ਜੋ ਕੇਸ ਹੈ ਉਹਨਾਂ ਦਾ ਅਜੇ ਤੱਕ ਕਸ਼ਮੀਰ ਹਜ਼ਰਤ ਬਾਲ ਦਰਗਾਹ 'ਚ ਸਾਂਭ ਕੇ ਰੱਖਿਆ ਹੋਇਆ ਹੈ। ਯਾਨੀ ਕੇਸ ਜਿਹੜੇ ਨੇ ਕੁਦਰਤੀ ਸ਼ਕਤੀ ਹੈ ਔਰ ਇਹ ਕਿਸੇ ਧਰਮ ਦਾ ਸੰਬੰਧ ਨਹੀਂ, ਇਹਦੇ ਨਾਲ ਵੀ ਸਿੱਖਾਂ ਵਾਸਤੇ ਹੀ ਹਨ, ਇਹ ਸਾਰੇ ਧਰਮਾਂ ਵਾਸਤੇ ਹਨ। ਦਸਮ ਪਾਤਸ਼ਾਹ ਜੀ ਦੀ ਬਾਣੀ 'ਚ ਬਚਨ ਆਉਂਦਾ, ਸਿਖਾਹੀਨ ਕੋਈ ਫੁਰਾ ਨਾ ਮੰਤਰਾ, ਬਿਨਾਂ ਕੇਸਾਂ ਦੇ ਮੰਤਰ ਸਿੱਧ ਨਹੀਂ ਹੁੰਦਾ। ਕੋਈ ਮੰਤਰ ਜਪ ਲਓ, ਜੇ ਕੇਸ ਹੋਣਗੇ ਉਹ ਫੁਰੇਗਾ, ਜੇ ਕੱਟ ਦਿਓਗੇ ਮੰਤਰਾਂ ਦੀ ਸ਼ਕਤੀ ਖਤਮ ਹੋ ਜਾਏਗੀ। ਇਸੇ ਕਰਕੇ ਸਾਰੇ ਰਿਸ਼ੀ ਮੁਨੀ ਪੁਰਾਣੇ, ਵਿਸ਼ਵਾਮਿੱਤਰ, ਵਸ਼ਿਸ਼ਟ, ਅਗਸਤ, ਪੁਲਸਤ, ਅੰਗਰਾ, ਜਾਗਵਲਕ, ਉਦਾਲਕ, ਜਿੰਨੇ ਪਰਾਸਰ ਮੁਨੀ ਵਰਗੇ, ਬਿਆਸ ਵਰਗੇ ਮਹਾਪੁਰਸ਼ ਹੋਏ, ਸਭ ਕੇਸਾ ਧਾਰੀ ਹੋਏ ਹਨ। ਹਜ਼ਰਤ ਈਸਾ, ਈਸਾਈਆਂ ਦੇ ਪੈਗੰਬਰ ਦਾ ਸਰੂਪ ਦੇਖੋ, ਜਦੋਂ ਉਹਨਾਂ ਨੂੰ ਸਲੀਬ ਤੇ ਚਾੜਿਆ, ਦਾੜੀ ਵੀ ਹੈ ਤੇ ਕੇਸ ਵੀ ਹਨ। ਸ੍ਰੀ ਰਾਮਚੰਦਰ ਜੀ ਮਹਾਰਾਜ ਦੇ ਸੀਸ ਤੇ ਕੇਸਾਂ ਦਾ ਜੂੜਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਨਾਮ ਹੀ ਕੇਸਵ, ਕੇਸਾਂ ਵਾਲਾ ਹੈ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਜਿਤਨੇ ਮਹਾਪੁਰਸ਼ ਹਨ, ਯੋਧੇ ਹਨ, ਸੂਰਬੀਰ ਹਨ। ਬਾਈਬਲ ਦੇ ਵਿੱਚ ਇੱਕ ਕਹਾਣੀ ਡੇਲਿਲਾ ਸ਼ੈਮਸ਼ਨ ਦੀ ਆਉਂਦੀ ਹੈ। ਤੁਹਾਡੇ ਚੋਂ ਕਈ ਹੋ ਸਕਦਾ ਬਾਈਬਲ ਪੜ੍ਹੇ ਵੀ ਹੋਣਗੇ। ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸ਼ੈਮਸ਼ਨ ਨੇ ਆਪਣੇ ਬਹੁਤ ਸਾਰੇ ਦੁਸ਼ਮਣਾਂ ਨੂੰ ਮੈਦਾਨੇ ਜੰਗ ਵਿੱਚ ਖੋਤੇ ਦੀ ਹੱਡੀ ਨਾਲ ਹੀ ਮਾਰ ਦਿੱਤਾ ਸੀ। ਸ਼ਸਤਰ ਨਾ ਕੋਈ ਲੱਭਾ ਤੇ ਖੋਤੇ ਦੀ ਹੱਡੀ ਨਾਲ ਹੀ ਮਾਰ ਦਿੱਤੇ ਵੈਰੀ। ਇੰਨਾ ਉਹ ਬਲਵਾਨ ਸੀ, ਜਿਹੜਾ ਹੱਡੀ ਦੇ ਨਾਲ ਦੁਸ਼ਮਣ ਮਾਰ ਦਵੇ, ਸ਼ਸਤਰਾਂ ਨਾਲ ਕੀ ਕਰਦਾ ਹੋਏਗਾ। ਕਈ ਵਾਰ ਦੁਸ਼ਮਣਾਂ ਨੇ ਉਹਨੂੰ ਕੈਦ ਕਰ ਲਿਆ, ਉਹ ਜੇਲ੍ਹ ਤੋੜ ਕੇ ਭੱਜ ਜਾਂਦਾ ਸੀ। ਤਾਂ ਅਖੀਰ ਡੇਲਿਲਾ, ਉਹਦੀ ਜੋ ਪ੍ਰੇਮਿਕਾ ਸੀ, ਉਹਨੂੰ ਦੁਸ਼ਮਣ ਨੇ ਆਪਣੇ ਨਾਲ ਜੋੜਿਆ ਤੇ ਆਖਿਆ ਵੀ ਤੂੰ ਪਤਾ ਕਰਕੇ ਦੱਸ, ਸ਼ੈਮਸ਼ਨ ਜੋ ਹੈ ਇਹ ਇੰਨਾ ਬਲਵਾਨ ਬਹਾਦਰ ਕਿਉਂ ਹੈ, ਸਾਡੇ ਜੇਲ੍ਹ 'ਚੋਂ ਕਿਵੇਂ ਦੌੜ ਜਾਂਦਾ ਹੈ ਔਰ ਇਹ ਸਾਡੇ ਬੰਦੇ ਬਹੁਤ ਮਾਰ ਜਾਂਦਾ, ਹਰ ਮੈਦਾਨ ਇਹ ਜੰਗ ਜਿੱਤ ਜਾਂਦਾ ਹੈ, ਇਹ ਕਾਬੂ ਨਹੀਂ ਆਉਂਦਾ, ਜੇਲ੍ਹਾਂ ਤੋੜ ਕੇ ਭੱਜ ਜਾਂਦਾ ਹੈ। ਇਹ ਕਿੱਡਾ ਕੁ ਭਲਵਾਨ ਹੈ, ਕਿੱਡਾ ਕੁ ਬਲੀ ਹੈ, ਕਿਉਂ ਹੈ? ਉਹ ਜਿਹੜੀ ਡੇਲਿਲਾ ਸੀ, ਉਹਨੇ ਪ੍ਰੇਮ ਦੇ ਨਾਲ ਇੱਕ ਦਿਨ ਪੁੱਛ ਲਿਆ, ਪਿਆਰ ਦੇ ਵਿੱਚ ਗੱਲਾਂ ਕਰਦੀ ਨੇ ਕਿ ਸਵਾਮੀ ਜੀ ਤੇਰੇ ਜਿਤਨੀ ਤਾਕਤ ਕਿੱਥੋਂ ਆਈ ਹੈ, ਸ਼ਕਤੀ ਕਿੱਥੋਂ ਹੈ, ਇਸ ਸ਼ਕਤੀ ਦਾ ਰਾਜ ਕੀ ਹੈ, ਕਾਰਨ ਕੀ ਹੈ? ਇਸਤਰੀ ਦੇ ਮੋਹ ਵਿੱਚ ਫਸੇ ਹੋਏ ਨੇ ਦੱਸ ਦਿੱਤਾ ਕਿ ਮੇਰੀ ਸ਼ਕਤੀ ਦਾ ਕਾਰਨ, ਜਦੋਂ ਦਾ ਮੈਂ ਜੰਮਿਆ ਹਾਂ ਮੇਰੇ ਸਰੀਰ ਦਾ ਕੋਈ ਰੋਮ ਕੱਟਿਆ ਨਹੀਂ ਗਿਆ। ਜਦੋਂ ਦਾ ਮੇਰਾ ਜਨਮ ਹੋਇਆ ਮੇਰੇ ਸਰੀਰ ਦਾ ਇੱਕ ਵੀ ਵਾਲ ਕੇਸ ਕੱਟਿਆ ਨਹੀਂ ਗਿਆ।
ਜਮਾਂਦਰੂ ਮੈਂ ਕੇਸਾ ਧਾਰੀ ਹਾਂ, ਇਹਦੇ ਅੰਦਰ ਊਰਜਾ ਹੈ, ਸ਼ਕਤੀ ਰੂਹਾਨੀ ਹੈ, ਮੈਂ ਦੁਸ਼ਮਣ ਤੋਂ ਕਾਬੂ ਨਹੀਂ ਆਉਂਦਾ। ਇਹ ਗੱਲ ਜਦੋਂ ਦੁਸ਼ਮਣ ਨੂੰ ਪਤਾ ਲੱਗ ਗਈ, ਉਹਨਾਂ ਨੇ ਸੁੱਤੇ ਪਏ ਦੇ ਕੇਸ ਕਟਾ ਦਿੱਤੇ। ਫਿਰ ਕੈਦ ਹੋ ਗਿਆ, ਮੁੜ ਕੇ ਛੁੱਟਿਆ ਨਹੀਂ। ਇਹ ਬਾਈਬਲ ਦੀ ਕਥਾ ਹੈ। ਵੇਦਾਂ ਵਿੱਚ ਵੀ ਸ਼ਲੋਕ ਆਉਂਦੇ ਆ, ਪੁਰਾਣਾਂ ਵਿੱਚ ਵੀ ਆਉਂਦੇ ਆ। ਹਨੂਮਾਨ ਨਾਟਕ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਕਿਸੇ ਨੂੰ ਮੌਤ ਦੀ ਸਜ਼ਾ ਦੇਣੀ ਹੁੰਦੀ ਸੀ, ਕੇਸ ਕੱਟ ਦਿੰਦੇ ਸਨ। ਹਿਰਦੇ ਰਾਮ ਭੱਲੇ ਨੇ ਕਥਾ ਲਿਖੀ ਹੈ, ਹਨੂਮਾਨ ਜੀ ਮਹਾਰਾਜ ਨੇ ਜੋ ਕਥਾ ਲਿਖੀ ਸੀ ਨਾ, ਕਹਿੰਦੇ 2 ਰਮਾਇਣਾਂ ਬਣੀਆਂ ਸੀ। ਅੱਜ ਕੱਲ੍ਹ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ। ਇੱਕ ਰਮਾਇਣ ਵਾਲਮੀਕ ਦੀ ਹੈ, ਇੱਕ ਹਨੂਮਾਨ ਦੀ ਹੈ। ਹਨੂਮਾਨ ਦੀ ਰਮਾਇਣ ਨੂੰ ਹਨੂਮਾਨ ਨਾਟਕ ਕਹਿੰਦੇ ਆ। ਜਿਹੜੀ ਵਾਲਮੀਕ ਨੇ ਲਿਖੀ ਹੈ ਉਹ ਸ਼੍ਰੀਮਦ ਵਾਲਮੀਕੀ ਰਮਾਇਣ ਕਹਿੰਦੇ ਹੈ। ਇਧਰੋਂ ਹਨੂਮਾਨ ਜੀ ਆਪਣੀ ਕਥਾ ਲੈ ਕੇ ਲਿਖ ਕੇ ਲੈ ਆਏ, ਉਧਰੋਂ ਵਾਲਮੀਕ ਲੈ ਕੇ ਆ ਗਏ। ਰਾਮਚੰਦਰ ਦੇ ਦਰਬਾਰ 'ਚ ਦੋਵੇਂ ਹੀ ਪੇਸ਼ ਹੋ ਗਈਆਂ। ਵਾਲਮੀਕ ਜੀ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਵੀ ਜੇ ਹਨੂਮਾਨ ਨੇ ਵੀ ਕਥਾ ਲਿਖਣੀ ਸੀ, ਫਿਰ ਮੈਨੂੰ ਸਿਰ ਖਪਾਉਣ ਦੀ ਕੀ ਲੋੜ ਸੀ? ਕਥਾ ਤਾਂ ਰਾਮਚੰਦਰ ਦੀ ਹੈ। ਤੇ 2 ਕਥਾ ਹੋ ਗਈਆਂ। ਮੇਰੀ ਨੂੰ ਕੌਣ ਸੁਣੇਗਾ? ਹਨੂਮਾਨ ਨੇੜੇ ਰਿਹਾ, ਇਹਦੀ ਕਥਾ ਜ਼ਿਆਦਾ ਪ੍ਰਚਲਿਤ ਹੋ ਜਾਣੀ ਹੈ। ਉਹ ਮਨ 'ਚ ਆ ਗਿਆ ਵਾਲਮੀਕ ਜੀ ਦੇ। ਹਨੂਮਾਨ ਜੀ ਭਗਤ ਸਨ। ਉਹ ਜਿਹੜਾ ਭਗਤ ਹੁੰਦਾ ਨਾ, ਉਹਨੂੰ ਆਪਣੀ ਵਡਿਆਈ ਦੀ ਭੁੱਖ ਨਹੀਂ ਹੁੰਦੀ। ਇਹ ਫਰਕ ਹੈ ਭਗਤਾਂ ਤੇ ਸੰਸਾਰੀਆਂ 'ਚ। ਆਖੋ ਸ੍ਰੀ ਵਾਹਿਗੁਰੂ। ਵਾਲਮੀਕ ਜੀ ਵਿਦਵਾਨ ਸਨ। ਵਿਦਵਾਨ ਦੇ ਮਨ 'ਚ ਵਡਿਆਈ ਦੀ ਭੁੱਖ ਹੁੰਦੀ ਹੈ। ਜੇ ਵਿਦਵਾਨ ਨੂੰ ਸਤਿਕਾਰ ਨਾ ਮਿਲੇ ਉਹ ਦੌੜ ਜਾਂਦਾ, ਪਰ ਜੇ ਭਗਤ ਨੂੰ ਨਾ ਮਿਲੇ ਉਹ ਖੁਸ਼ ਹੁੰਦਾ, ਕਹਿੰਦਾ ਸਤਿਕਾਰ ਤੋਂ ਆਪਾਂ ਲੈਣਾ ਕੀ ਹੈ, ਆਪਾਂ ਦੇ ਚਰਨਾਂ 'ਚ ਹੀ ਰਹਿਣਾ ਹੈ। ਭਗਤ ਦਾ ਤੇ ਵਿਦਵਾਨ ਦਾ ਇਹ ਫਰਕ ਹੈ। ਹਨੂਮਾਨ ਭਗਤ ਸੀ। ਵਾਲਮੀਕ ਦੇ ਦਿਲ ਦੀ ਗੱਲ ਜਾਣ ਗਿਆ। ਉਹਨੇ ਸ੍ਰੀ ਰਾਮਚੰਦਰ ਜੀ ਨੂੰ ਦਰਸ਼ਨ ਕਰਾਏ। ਦੋਵੇਂ ਗ੍ਰੰਥ ਦੇਖ ਕੇ ਰਾਮਚੰਦਰ ਜੀ ਨੇ ਦੋਵਾਂ ਦੀ ਤਾਰੀਫ ਕੀਤੀ। ਹਨੂਮਾਨ ਦੇ ਨਾਟਕ ਨੂੰ ਜ਼ਿਆਦਾ ਪਸੰਦ ਕੀਤਾ, ਪਰ ਹਨੂਮਾਨ ਸਮਝ ਗਿਆ ਵੀ ਮੇਰੇ ਕਰਕੇ ਵਾਲਮੀਕ ਜੀ ਦਾ ਕੰਮ ਖਰਾਬ ਹੁੰਦਾ। ਉਹਨਾਂ ਨੇ ਚੁੱਕ ਕੇ ਆਪਣਾ ਸਾਰਾ ਗ੍ਰੰਥ ਪੱਥਰ ਦੇ ਉੱਤੇ ਲਿਖਿਆ ਹੁੰਦਾ ਸੀ। ਉਦੋਂ ਕਾਗਜ਼ ਨਹੀਂ ਸੀ ਹੁੰਦੇ, ਪੱਥਰ ਦੇ ਉੱਤੇ ਲਿਖਦੇ ਸੀਗੇ, ਪੱਥਰ ਦੀਆਂ ਪਟੜੀਆਂ ਦੇ ਉੱਤੇ ਖੁਦਾਈ ਕਰਕੇ ਚੁੱਕ ਕੇ ਸਮੁੰਦਰ 'ਚ ਸਿੱਟ ਦਿੱਤਾ। 3 ਯੁੱਗ ਸਮੁੰਦਰ 'ਚ ਹੀ ਰਿਹਾ। ਮਹਾਰਾਜਾ ਭੋਜ ਅੱਜ ਤੋਂ 1200 ਸਾਲ ਪਹਿਲਾਂ ਹੋਇਆ। ਉਹਨੇ ਸਮੁੰਦਰ ਦੇ ਵਿੱਚ ਕੋਈ ਚੀਜ਼ ਖਜਵਾਈ ਸੀ, ਉਹਦੇ 'ਚੋਂ ਨਾਟਕ ਲੱਭਿਆ। ਉਹਦੇ ਵਿੱਚ ਇਹ ਸ਼ਲੋਕ ਆਉਂਦਾ ਜੇ। ਕੀ ਸ਼ਲੋਕ ਆਉਂਦਾ? ਕੇਸਾਂ ਦੇ ਬਾਰੇ, ਹਨੂਮਾਨ ਜੀ ਦੀ ਆਪਣੀ ਲਿਖਤ ਦੇ ਵਿੱਚ। ਤੇ ਉਹਦਾ ਅਨੁਵਾਦ ਭੱਲੇ ਰਾਮ ਹਿਰਦੇ ਰਾਮ ਜੀ ਨੇ ਕੀਤਾ। ਗੁਰੂ ਅਮਰਦਾਸ ਜੀ ਦੇ ਪਰਿਵਾਰ 'ਚ ਹੋਏ ਨੇ ਜਹਾਂਗੀਰ ਦੇ ਟਾਈਮ ਤੇ। ਉਹ ਲਿਖਦੇ ਆ ਕਿ ਜਦੋਂ ਧਨੁਸ਼ ਤੋੜ ਦਿੱਤਾ ਸ੍ਰੀ ਰਾਮਚੰਦਰ ਜੀ ਨੇ ਤੇ ਸੀਤਾ ਨੇ ਉਹਦੇ ਗਲ, ਰਾਮਚੰਦਰ ਜੀ ਦੇ ਗਲ ਮਾਲਾ ਪਾ ਦਿੱਤੀ, ਤੇ ਪਰਸ਼ੁਰਾਮ ਆ ਕੇ ਰੌਲਾ ਪਾਉਣ ਲੱਗ ਪਿਆ ਵੀ ਤੁਸੀਂ ਮੇਰੇ ਗੁਰੂ ਦਾ ਧਨਖ ਤੋੜ ਦਿੱਤਾ, ਸ਼ਿਵ ਜੀ ਦਾ। ਬਹੁਤ ਜ਼ਿਆਦਾ ਕੁਪੱਤ ਕੀਤਾ, ਗੁੱਸੇ 'ਚ ਬੋਲਿਆ, ਬਹੁਤ ਕੌੜਾ, ਜੋ ਕੁਝ ਕਹਿ ਸਕਦਾ ਸੀ ਪਰਸ਼ੁਰਾਮ ਬੋਲੀ ਗਿਆ। ਜਦੋਂ ਬੋਲੀ ਗਿਆ ਤਾਂ ਲਛਮਣ ਨੂੰ ਗੁੱਸਾ ਚੜ ਗਿਆ। ਰਾਮਚੰਦਰ ਜੀ ਦਾ ਬੜੇ ਠੰਡੇ ਸੁਭਾਅ ਦੇ ਸਨ। ਉਹ ਸੁਣੀ ਗਏ, ਮੁਸਕਰਾਈ ਗਏ, ਪਰ ਲਛਮਣ ਤੋਂ ਨਾ ਜਰਿਆ ਗਿਆ। ਲਛਮਣ ਕਹਿੰਦਾ ਭਗਵਾਨ ਜੀ ਮੈਨੂੰ ਮਾੜੀ ਜੀ ਆਗਿਆ ਦਿਓ, ਇਹਨੂੰ ਬਾਹਮਣ ਨੂੰ ਮੈਂ ਸਿੱਧਾ ਕਰਦਾ। ਕਹਿੰਦਾ ਉਹ ਜੋ ਬਚਨ ਕਹਿੰਦਾ ਹਿਰਦੇ ਰਾਮ ਨੇ ਹਨੂਮਾਨ ਨਾਟਕ ਦੇ ਵਿੱਚੋਂ ਇਹਨ ਬਿਨ ਕੋਡ ਕੀਤੇ ਹੈ। ਉਹ ਕਹਿੰਦਾ ਕਹੋ ਮਾਰ ਡਾਰੋ, ਭਰਾ ਜੀ ਜਿਹਨੂੰ ਆਗਿਆ ਦਿਓ ਮਾਰ ਦਿਆਂ ਇਹਨੂੰ ਮੈਂ। ਕਹੋ, ਜੇ ਕਹੋ ਤਾਂ ਕਹੋ ਮਾਰ ਡਾਰੋ, ਕਹੋ ਬਾਹਰ ਦੇ ਉਤਾਰੋ। ਬਾਹਰ ਦਾ ਨਾਮ ਸਮੁੰਦਰ ਦਾ, ਚੁੱਕ ਕੇ ਸਮੁੰਦਰ ਤੋਂ ਪਰੇ ਸੁੱਟ ਦਿਆਂ, ਇੱਧਰ ਆਵੇ ਹੀ ਨਾ ਇੰਡੀਆ 'ਚ। ਕਹੋ ਬਾਹਰ ਦੇ ਉਤਾਰੋ ਤੇ ਕਹੋ ਜੂਰਾ ਕਾਟ ਡਾਰੋ। ਜੇ ਕਹਿੰਦੇ ਉਹਦੇ ਦਾ ਜੂੜਾ ਕੱਟ ਦਿਆਂ, ਸ਼ਰਮ ਨਾਲ ਹੀ ਮਰ ਜਾਏਗਾ। ਉਦੋਂ ਜੂੜਾ ਕੱਟਣਾ ਇੱਕ ਸਜ਼ਾ ਸੀ, ਮੌਤ ਦੇ ਬਰਾਬਰ। ਸੋ ਸਾਧ ਸੰਗਤ ਜੀ, ਕੇਸ ਬਹੁਤ ਵੱਡੀ ਸ਼ਕਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਬਖਸ਼ਿਸ਼ ਕੀਤੀ ਹੈ। ਪੁਰਾਤਨ ਜੋ ਮਰਜ਼ਾਦਾ ਸੀ ਉਹਨੂੰ ਇਨ ਬਿਨ ਇੱਕ ਸੰਪੂਰਨ ਕੀਤਾ ਹੈ। ਹਾਂਜੀ। 1791 ਸਾਲ 1791 ਦੇ ਵਿੱਚ ਇਸੇ ਕਰੀ ਥੀ ਹਕੀਕਤ ਨਾਲ। ਇਸ ਜ਼ਕਰੀਆ ਖਾਨ ਨੇ ਭਾਈ ਹਕੀਕਤ ਰਾਏ ਨੂੰ ਸ਼ਹੀਦ ਕੀਤਾ ਸੀ।
ਤੇ 1802 ਬਿਕਰਮੀ ਦੇ ਵਿੱਚ ਯਾਨੀ ਕਿ 11 ਸਾਲ ਬਾਅਦ ਇਹ ਸਿੱਖ ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਵੀ ਨੌਜਵਾਨੀ ਉਮਰ 'ਚ ਸ਼ਹੀਦ ਕਰ ਦਿੱਤਾ ਜ਼ਕਰੀਏ ਨੇ। ਉਸ ਤੇ ਸਰੀ ਨਹੀਂ ਥੀ ਕਾਈ। ਕਿਉਂਕਿ ਹਕੀਕਤ ਰਾਏ ਵੀ ਵਿਚਾਰਾ ਗੁਰੂ ਘਰ ਨੂੰ ਮੰਨਣ ਵਾਲਾ ਸਹਿਜਧਾਰੀ ਸਿੱਖ ਸੀਗਾ, ਉਹ ਸ਼ਹੀਦ ਹੋ ਗਿਆ ਸੀ, ਪਰ ਉਹਦੇ ਕੋਲੋਂ ਇਹ ਜ਼ਕਰੀਆ ਉਹਦੀ ਸ਼ਹੀਦੀ ਨਾਲ ਇਹ ਮਰਿਆ ਨਹੀਂ ਸੀ, ਕਾਬੂ ਨਹੀਂ ਸੀ ਆਇਆ, ਜਾਂ ਕਹਿ ਲਓ ਵੀ ਇਹਦੇ ਪਾਪਾਂ ਦਾ ਘੜਾ ਜੇ ਹੋਰ ਭਰਨਾ ਸੀ। ਸਗਵੋ ਨਵਾਬ ਗਇਓ ਚੰਬਲਾਈ। ਸਗੋਂ ਇਹ ਹੋਰ ਚੰਬਲ ਗਿਆ ਸੀਗਾ, ਜ਼ਕਰੀਆ ਖਾਨ ਇਦਾਂ ਦੇ ਜ਼ੁਲਮ ਕਰਨ ਲੱਗ ਪਿਆ ਸੀ। ਭਾਈ ਮਨੀ ਸਿੰਘ ਜੀ ਦੇ ਵੀ ਬੰਦ ਕੱਟਤੇ ਸੀ, ਹੋਰ ਬੜੇ ਬੜੇ ਮਹਾਪੁਰਸ਼ ਸਿੱਖ ਮਾਰ ਦਿੱਤੇ ਸੀ। ਦੋਹਰਾ ਨਵਾਬ ਖਾਂ ਜ਼ੁਲਮੀ ਕਰੀ, ਸ਼ੋਹਰਤ ਭਈ ਜਹਾਨ। ਲਗਭਗ 20-22 ਸਾਲ ਜ਼ਕਰੀਆ ਜ਼ੁਲਮ ਹੀ ਕਰਦਾ ਰਿਹਾ, ਹੋਰ ਕੀ ਕੀਤਾ ਉਹਨੇ। ਕਹਿੰਦੇ ਕਈ ਵਾਰੀ ਉਹਨੇ ਸਿੰਘਾਂ ਦੇ ਸਿਰਾਂ ਦੇ ਮੁਨਾਰੇ ਚਿਣ ਦਿੱਤੇ, ਲਾਹੌਰ ਦੀਆਂ ਕੰਧਾਂ ਦੇ ਉੱਤੇ ਕਿਲੇ ਦੇ ਉੱਤੇ ਸਿਰ ਚਿਣ ਦਿੰਦਾ ਸੀ, ਹਜ਼ਾਰਾਂ ਸਿਰ ਸਿੰਘਾਂ ਦੇ। ਆਹ ਦੇਖੋ ਸਿੱਖ ਵੱਡੇ ਪਏ ਆ, ਦੁਨੀਆ ਥਰ ਕੰਬਦੀ ਸੀ ਉਹਦੇ ਨਾਮ ਤੋਂ, ਇੰਨਾ ਜ਼ਾਲਮ ਜ਼ਕਰੀਆ ਖਾਨ ਸੀ। ਉਹਦੇ ਜ਼ੁਲਮ ਦੀ ਕਹਾਣੀਆਂ ਸਾਰੇ ਪਾਸੇ ਪ੍ਰਸਿੱਧ ਹੋ ਗਈਆਂ। ਦਿਲਗੀਰੀ ਸਿੰਘਨ ਭਈ, ਔ ਖੁਸ਼ੀਆਂ ਮੁਸਲਮਾਨ। ਖਾਲਸੇ ਨੂੰ ਤਾਂ ਬੜੀ ਦਿਲਗੀਰੀ ਹੋ ਰਹੀ ਸੀ, ਰੋਜ਼ ਹੀ ਘਰਾਂ 'ਚ ਸਿਆਪੇ ਪੈ ਰਹੇ ਸਨ, ਨੌਜਵਾਨ ਸਿੰਘ ਮਾਰੇ ਜਾ ਰਹੇ ਸਨ, ਬੁੱਢੇ ਬੱਚੇ ਵੀ ਨਹੀਂ ਸੀ ਛੱਡੇ ਜਾਂਦੇ, ਕਈ ਵਾਰ ਬੀਬੀਆਂ ਵੀ ਸ਼ਹੀਦ ਕਰ ਦਿੰਦੇ ਸਨ। ਇਹੋ ਜਿਹਾ ਜ਼ੁਲਮ ਦਾ ਝੱਖੜ ਝੁੱਲਦਾ ਸੀ, ਸਿੰਘ ਜੰਗਲਾਂ 'ਚ ਰਹਿੰਦੇ ਸੀ। ਉਸ ਜ਼ਕਰੀਆ ਖਾਨ ਨੇ 20-22 ਸਾਲ ਸਿੱਖਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ। ਹਾਂਜੀ, ਧਰਮਸਾਲ ਸਿੱਖਨ ਹੁਤੀ, ਤਾਮੇ ਦੀਨੋਂ ਪਾਏ। ਸੋ ਸਾਧ ਸੰਗਤ ਜੀ, ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ, ਲਾਹੌਰ ਸ਼ਹਿਰ 'ਚ ਹਾਹਾਕਾਰ ਮਚ ਗਈ। ਬੜਾ ਜ਼ੁਲਮ ਹੋਇਆ ਜੀ, ਐਡਾ ਜ਼ੁਲਮ, ਇੱਕ ਸਿੱਖ ਦਾ ਸਿਰ ਹੀ ਖੋਪਰੀ ਲਾ ਦਿੱਤੀ ਜਿਉਂਦੇ ਜੀ ਦੀ। ਤੇ ਜਦੋਂ ਖੋਪਰੀ ਲਾਈ, ਭਾਈ ਸਾਹਿਬ ਦੇ ਸਵਾਸ ਨਾਲ ਨਹੀਂ ਨਿਕਲੇ, ਨਹੀਂ ਮੌਤ ਹੋਈ, ਸ਼ਹੀਦੀ ਨਹੀਂ ਹੋਈ। ਉਹਦਾ ਕਾਰਨ ਸੀ ਉਹਨਾਂ ਬਚਨ ਕੀਤਾ ਸੀ, ਅਸੀਂ ਇਸ ਜ਼ਕਰੀਏ ਨੂੰ ਜੁੱਤੀ ਦੇ ਅੱਗੇ ਲਾ ਕੇ ਲੈ ਜਾਣਾ। ਉਹ ਬਚਨ ਪੂਰਾ ਹੋਣਾ ਸੀ। ਲਾਹੌਰ ਦੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਗਿਆ ਇਹ ਨੌਜਵਾਨ ਭਾਈ ਤਾਰੂ ਸਿੰਘ। ਉਹ ਇਹਨੂੰ ਧਰਮਸ਼ਾਲਾ ਸੀ ਜਿਹੜੀ ਸਿੱਖਾਂ ਦੀ, ਲਾਹੌਰ ਦੇ ਵਿੱਚ ਗੁਰਦੁਆਰੇ ਬਹੁਤ ਸਨ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੂਹੀ ਲਵਾਈ ਹੈ, ਉਹ ਵੀ ਗੁਰਦੁਆਰਾ ਸੀ। ਗੁਰੂ ਰਾਮਦਾਸ ਦਾ ਜਨਮ ਸਥਾਨ ਤੇ ਡੇਰਾ ਸਾਹਿਬ, ਇੱਦਾਂ ਹੋਰ ਕਈ ਸਥਾਨ ਸੀਗੇ ਜਿਹੜੇ ਲਾਹੌਰ ਦੇ ਵਿੱਚ ਗੁਰੂਆਂ ਦੇ ਸਨ। ਸੰਗਤਾਂ ਦੇ ਨਿੱਜੀ ਸਥਾਨ ਵੀ ਸੰਤਾਂ ਮਹਾਂਪੁਰਸ਼ਾਂ ਦੇ, ਉਦਾਸੀਆਂ ਦੇ ਧਰਮਸ਼ਾਲਾ ਸਨ। ਇੱਕ ਧਰਮਸ਼ਾਲਾ ਵਿੱਚ ਸਿੱਖਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਜਾ ਕੇ ਲੰਮਿਆਂ ਪਾ ਦਿੱਤਾ। ਜਬ ਨਿਕਸੈਂਗੇ ਪ੍ਰਾਣ ਇਸ, ਤਬ ਤੁਮ ਦਇਓ ਫੁਕਾਏ। ਨਾਲੇ ਕਹਿ ਦਿੱਤਾ ਜ਼ਕਰੀਆ ਨੇ, ਲੈ ਜਾਓ ਇਹਨੂੰ, ਵੱਡੇ ਸਿੱਖ ਨੂੰ, ਜਦੋਂ ਇਹਦੇ ਪ੍ਰਾਣ ਨਿਕਲਣਗੇ ਸਾੜ ਦਿਆ ਜੇ, ਫੂਕ ਦਿਆ ਜੇ। ਕਈ ਜਗ੍ਹਾ ਤੇ ਐਸਾ ਵੀ ਲਿਖਿਆ ਹੈ ਵੀ ਲਾਹੌਰ ਦੀ ਜਿਹੜੀ ਕਿਲੇ ਦੀ ਖਾਈ ਸੀ ਉਹਦੇ 'ਚ ਸਿੱਟ ਦਿੱਤਾ ਪਹਿਲਾਂ ਤਾਂ, ਉੱਥੋਂ ਸਿੱਖ ਉਠਾ ਕੇ ਲੈ ਗਏ, ਕਿਉਂਕਿ ਉਦੋਂ ਵੀ ਗੁਰੂ ਕੇ ਪਿਆਰ ਵਾਲੇ ਸਿੱਖ ਸੀਗੇ ਜਿਨ੍ਹਾਂ ਦੇ ਮਨ 'ਚ ਦਰਦ ਸੀ ਵੀ ਚਲੋ ਜੇ ਸਾਡਾ ਭਰਾ ਹੈ, ਜੇ ਇਹਦੇ ਪਿੱਛੇ ਸਾਡੀ ਜਾਨ ਜਾਂਦੀ ਹੈ ਜਾਵੇ। ਹੈ ਤਾਂ ਔਖਾ ਸੀਗਾ ਵੀ ਕਿਸੇ ਸਿੱਖ ਦੀ ਬਾਂਹ ਫੜਨੀ। ਚਲੋ ਜਿਵੇਂ ਵੀ ਹੋਇਆ, ਭਾਈ ਸਾਹਿਬ ਨੂੰ ਗੁਰਦੁਆਰੇ 'ਚ ਲੈ ਗਏ ਲਾਹੌਰ ਦੇ। ਉੱਥੇ ਭਾਈ ਤਾਰੂ ਸਿੰਘ ਜੀ ਦੇ ਪ੍ਰਾਣ ਨਿਕਲਣ ਦਾ ਤਾਂ ਸੀਗਾ, ਜਾਨ ਬਚਣ ਦਾ ਤਾਂ ਕੋਈ ਚਾਂਸ ਨਹੀਂ ਸੀ, ਪਰ ਭਾਈ ਸਾਹਿਬ ਜੀ ਜਾਣ ਕੇ 22 ਦਿਨ ਜਿਉਂਦੇ ਰਹੇ। ਹਾਂਜੀ, ਚਾਓ ਪਈ ਸਿੰਘ ਜੀ ਮੁਖੋਂ ਹਾਏ ਨਾ ਕਰੈ। ਭਾਈ ਸਾਹਿਬ ਦੇ ਸਿਰ ਦੇ ਉੱਤੋਂ ਖੂਨ ਵਗਦਾ ਰਹਿੰਦਾ ਹੈ ਤੇ ਖੋਪਰੀ ਉਤਰੀ ਹੋਈ ਹੈ, ਪਰ ਹਾਏ ਸੀ ਮੂੰਹ ਤੋਂ ਨਹੀਂ ਨਿਕਲਦੀ। ਗੁਰੂ ਗੁਰੂ ਮੁਖ ਤੇ ਸੋ ਰਰੈ। ਵਾਹਿਗੁਰੂ 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 ਦਾ ਜਾਪ ਭਾਈ ਤਾਰੂ ਸਿੰਘ ਜੀ ਕਰਦੇ ਹਨ। ਸੀਸ ਰਕਤ ਸੋ ਕਰੈ ਇਸ਼ਨਾਨ। ਆਪਣੇ ਸਿਰ ਚੋਂ ਵਗਦੇ ਹੋਏ ਖੂਨ ਨਾਲ ਹੀ ਇਸ਼ਨਾਨ ਕਰਦੇ ਹਨ। ਇਹ ਸ਼ਹੀਦਾਂ ਸਿੰਘਾਂ ਦੀ ਇਸ਼ਨਾਨ ਹਨ ਸਾਧ ਸੰਗਤ ਜੀ, ਲਹੂ ਦਾ ਇਸ਼ਨਾਨ ਕਰਦੇ ਹਨ। ਜਿਉ ਗੰਗਾ ਮੇ ਟੁੱਬੀ ਲਾਨ। ਜਿਵੇਂ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਲੋਕ ਸਮਝਦੇ ਆ ਅਸੀਂ ਪਵਿੱਤਰ ਹੋ ਗਏ ਆ। ਗੰਗਾ ਇਸ਼ਨਾਨ ਨੂੰ ਹਿੰਦੁਸਤਾਨ 'ਚ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਗੰਗਾ ਇਸ਼ਨਾਨ, ਜੈਸੇ ਗੰਗਾ ਜੀ ਦਾ ਇਸ਼ਨਾਨ ਪਵਿੱਤਰ ਹੈ, ਮਹਾਤਮ ਹੈ ਉਹਦਾ, ਇਸੇ ਤਰ੍ਹਾਂ ਗੁਰੂ ਕੇ ਸਿੰਘਾਂ ਦਾ ਇਸ਼ਨਾਨ ਸ਼ਹੀਦਾਂ ਦੇ ਖੂਨ ਵਿੱਚ ਉਹਨਾਂ ਨੇ ਆਪਣੀ ਦੇਹ ਨੂੰ ਪਵਿੱਤਰ ਕਰ ਲਿਆ ਹੁੰਦਾ ਹੈ। ਉਹਨਾਂ ਨੂੰ ਕਿਸੇ ਹੋਰ ਤੀਰਥ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ।
ਭਾਈ ਤਾਰੂ ਸਿੰਘ ਜੀ ਆਪਣੇ ਹੀ ਖੂਨ ਵਿੱਚ ਨਹਾ ਰਹੇ ਹਨ। ਜਿਮ ਮਨਸੂਰ ਨੇ ਹੱਥ ਕਟਾਏ, ਜਿਵੇਂ ਮਨਸੂਰ ਨੇ ਆਪਣੇ ਹੱਥ ਕਟਾ ਲਏ ਸਨ ਜ਼ਾਲਮਾਂ ਕੋਲੋਂ, ਤਿਨ ਲੋਹੂ ਸੋ ਵਜੂ ਤੇ ਸਜਾਏ। ਆਪਣੇ ਲਹੂ ਨਾਲ ਹੀ ਵਜੂ ਕਰਕੇ ਨਮਾਜ਼ ਪੜ੍ਹੀ ਸੀ। ਵਜੂ ਕਹਿੰਦੇ 5 ਇਸ਼ਨਾਨਾਂ। ਮੁਸਲਮਾਨ ਨਮਾਜ਼ ਪੜ੍ਹਨ ਤੋਂ ਪਹਿਲਾਂ 5 ਇਸ਼ਨਾਨਾਂ ਕਰਦੇ ਆ, ਵਜ਼ੂ ਕਰਦੇ ਆ ਨਾ। ਭਾਈ ਸੰਤੋਖ ਸਿੰਘ ਨੇ ਕਥਾ ਲਿਖੀ ਗੁਰਪ੍ਰਤਾਪ ਸੂਰਜ ਮਨਸੂਰ ਦੀ ਸ਼ਹੀਦੀ ਦੀ, ਬੜੀ ਵਿਸਥਾਰ ਵਾਲੀ ਹੈ। ਇੱਥੇ ਸਮਾਂ ਨਹੀਂ ਹੈ ਆਪਾਂ ਜ਼ਿਕਰ ਕਰੀਏ। ਬਈ ਜਦੋਂ ਉਹਨੇ ਹੱਥ ਵੱਢ ਦਿੱਤੇ ਤੇ ਉਹਨੇ ਆਖਿਆ ਹੁਣ ਮੇਰਾ ਅਸਲੀ ਵਜੂ ਹੋਇਆ, ਨਮਾਜ਼ ਹੁਣ ਅਦਾ ਹੋਵੇਗੀ। ਹਾਂਜੀ, ਨਿਵਾਜ ਭਈ ਉਸ ਦਰਗਾਹ ਕਬੂਲ, ਉਸ ਫਕੀਰ ਦੀ ਨਮਾਜ਼ ਦਰਗਾਹ 'ਚ ਕਬੂਲ ਹੋ ਗਈ ਸੀ। ਫਿਰ ਮੁੱਲਾ ਕਾਜੀ ਭਏ ਰੰਜੂਲ, ਮੁੱਲਾਂ ਦੇ ਕਾਜ਼ੀਆਂ ਦੀਆਂ ਉੱਪਰਲੇ ਮਨ ਨਾਲ ਕੀਤੀਆਂ ਨਮਾਜ਼ਾਂ ਪਿੱਛੇ ਰਹਿ ਗਈਆਂ ਤੇ ਉਸ ਫਕੀਰ ਦੀ ਕੀਤੀ ਹੋਈ ਨਮਾਜ਼ ਦਰਗਾਹ 'ਚ ਥਾਂ ਪੈ ਗਈ। ਦੋਹਰਾ ਉਸ ਹੀ ਦਿਨ ਸੋ ਨਵਾਬ ਨੇ ਪੁੱਛ ਭੇਜਿਓ ਸਿੰਘ ਜੀ ਪਾਹੂ। ਭਾਈ ਤਾਰੂ ਸਿੰਘ ਜੀ ਨੂੰ ਸਿੰਘ ਲੈ ਗਏ ਗੁਰਦੁਆਰੇ ਵਿੱਚ। ਨਵਾਬ ਨੇ ਤਾਰੂ ਸਿੰਘ ਨੂੰ ਸੁਨੇਹਾ ਭੇਜਿਆ, ਪੁੱਛ ਭੇਜਿਆ, ਤੂੰ ਜੇ ਕਹਿਤ ਥੋ ਕੇਸ ਹਮ ਸੀਸ ਹੀ ਸਾਥ ਨਿਬਾਹੂ। ਤਾਰੂ ਸਿੰਘ ਤੂੰ ਜੋ ਕਹਿੰਦਾ ਸੀ ਵੀ ਮੇਰੀ ਸਿੱਖੀ ਕੇਸਾਂ ਨਾਲ ਨਿਭ ਜਾਏਗੀ, ਕੇਸ ਤਾਂ ਤੇਰੇ ਲਾਹ ਲਏ ਅਸੀਂ, ਖੋਪਰੀ ਲਾਹ ਲਈ, ਕੇਸ ਨਾਲ ਹੀ ਉਤਰ ਗਏ। ਹਾਂਜੀ, ਚਾਉ ਪਈ ਯਹ ਤੁਮਰੀ ਭਈ ਝੂਠੀ ਗੱਲ। ਤਾਰੂ ਸਿੰਘ ਤੇਰੀ ਇਹ ਗੱਲ ਝੂਠੀ ਹੋ ਗਈ ਹੈ। ਜੋ ਤੂੰ ਕਹਿੰਦਾ ਸੀ ਵੀ ਮੈਂ ਕੇਸਾਂ ਸਵਾਸਾਂ ਨਾਲ ਸਿੱਖੀ ਨਿਵੇਗੀ, ਕਿੱਥੇ ਤੇਰੇ ਕੇਸ ਸਿਰ ਦੇ? ਉਹ ਤਾਂ ਖੋਪਰੀ ਸਮੇਤ ਸਾਡੇ ਕੋਲ ਹਨ। ਗਏ ਬਾਲ ਲੈ ਕੇ ਸਿਰ ਖੱਲ, ਬਲਕਿ ਤੇਰੇ ਵਾਲ, ਤੇਰੇ ਕੇਸ, ਤੇਰੀ ਖਲੜੀ ਵੀ ਨਾਲ ਲੈ ਆਏ ਨੇ, ਸਾਡੇ ਕੋਲ ਪਈ ਹੈ। ਬਿਨਾ ਬਾਲ ਸਿਰ ਦੇਹੀ ਰਹੀ। ਹੁਣ ਤੇਰਾ ਸਿਰ ਬਿਨਾਂ ਕੇਸਾਂ ਦੇ ਹੀ ਹੈ ਨਾ, ਸਿਰ ਦੇ ਉੱਤੇ ਨਾ ਤੇਰੀ ਖੋਪਰੀ ਹੈ ਤੇ ਨਾ ਤੇਰੇ ਕੇਸ ਹਨ। ਦੋ ਬਾਤ ਤੁਝ ਝੂਠੀ ਭਈ, ਤੇਰੀਆਂ ਦੋਵੇਂ ਗੱਲਾਂ ਝੂਠੀਆਂ ਹੋ ਗਈਆਂ ਤਾਰੂ ਸਿਆਂ। ਵੀ ਤੂੰ ਕਹਿੰਦਾ ਸੀ ਕੇਸਾਂ ਸਵਾਸਾਂ ਨਾਲ ਨਿਭਾਵਾਂਗਾ ਸਿੱਖੀ, ਜਿਉਂਦਾ ਵੀ ਹੈ ਤੂੰ ਅਜੇ, ਕੇਸ ਵੀ ਤੇਰੇ ਕੋਲ ਕੋਈ ਨਹੀਂ ਹਨ। ਤਬ ਸਿੰਘ ਨੇ ਯੋ ਬਾਣੀ ਕਹੀ, ਤਾਂ ਅੱਗੋਂ ਭਾਈ ਸਾਹਿਬ ਤਾਰੂ ਸਿੰਘ ਜਵਾਬ ਕੀ ਦਿੱਤਾ ਜ਼ਕਰੀਏ ਨੂੰ? ਨਹਿ ਨਵਾਬ ਤੁਮ ਸਮਝੇ ਆਈ। ਜ਼ਕਰੀਆ ਖਾਨ ਤੂੰ ਨਾਦਾਨ ਹੈ, ਤੂੰ ਰੱਬ ਦੇ ਆਸ਼ਕਾਂ ਦੀਆਂ ਗੱਲਾਂ ਨਹੀਂ ਸਮਝ ਸਕਦਾ। ਇਹ ਫਕੀਰਾਂ ਦੀਆਂ, ਸ਼ਹੀਦਾਂ ਦੀਆਂ, ਰੱਬ ਦੇ ਪਿਆਰਿਆਂ ਦੀਆਂ ਗੱਲਾਂ ਹਰ ਇੱਕ ਬੰਦੇ ਦੀ ਸਮਝ ਨਹੀਂ ਆਉਂਦੀਆਂ। ਰਹੇ ਕੇਸ ਹਮ ਖੋਪਰੀ ਨਾਲ, ਕਹਿਣ ਲੱਗੇ ਸਾਡੇ ਕੇਸ ਸਾਡੇ ਨਾਲ ਹੀ ਹਨ, ਕਿਉਂਕਿ ਸਾਡੀ ਖੋਪਰੀ ਨਾਲ ਹਨ। ਆਖੋ ਸ੍ਰੀ ਵਾਹਿਗੁਰੂ। ਉਹ ਖੋਪਰੀ ਮੇਰੇ ਸਰੀਰ ਦੀ ਹੈ ਨਾ, ਉਹਦੇ ਨਾਲ ਮੇਰੇ ਕੇਸ ਹਨ, ਕੇਸ ਸਾਡੇ ਕੋਲ। ਤੈਨੂੰ ਅਜੇ ਵੀ ਸਮਝ ਨਹੀਂ ਆਈ? ਹਾਂਜੀ, ਹੈ ਝੂਠੇ ਦੋਏ ਤੁਮਰੇ ਸਵਾਲ। ਤੇਰੇ ਦੋਵੇਂ ਸਵਾਲ ਝੂਠੇ ਹਨ, ਦੋਵੇਂ ਦਾਅਵੇ ਝੂਠੇ ਕਰ ਰਿਹਾ ਹੈ ਤੂੰ ਜ਼ਕਰੀਆ ਖਾਨ। ਮੇਰੀ ਸਿੱਖੀ ਦਾ ਕੇਸਾਂ ਸਵਾਸਾਂ ਦੇ ਨਾਲ, ਕੇਸ ਮੇਰੀ ਖੋਪਰੀ ਦੇ ਨਾਲ ਹਨ। ਹਾਂਜੀ, ਸਵਾਸ ਰੱਖੇ ਹਮ ਇਮ ਕਰ ਦੇਹ। ਬਾਕੀ ਤੂੰ ਇਹ ਕਹਿੰਦਾ ਵੀ ਜਿਉਂਦਾ ਕਿਉਂ ਹੈ? ਮੈਂ ਉਸ ਵੇਲੇ ਵੀ ਸਰੀਰ ਛੱਡ ਸਕਦਾ ਹਾਂ, ਜਦੋਂ ਤੂੰ ਮੇਰੀ ਖੋਪਰੀ ਲਾਈ ਮੈਂ ਨਾਲ ਹੀ ਮਰ ਸਕਦਾ ਸੀ, ਪਰ ਮੈਂ ਜਾਣ ਬੁੱਝ ਕੇ ਸਵਾਸ ਆਪਣੀ ਦੇਹ 'ਚ ਰੱਖੇ ਹੋਏ ਆ। ਸਾਧ ਸੰਗਤ ਜੀ, ਤੁਸੀਂ ਕਹੋਗੇ ਇਦਾਂ ਵੀ ਹੋ ਜਾਂਦਾ? ਹੋ ਜਾਂਦਾ। ਇੱਕ ਅਵਸਥਾ ਹੁੰਦੀ ਹੈ, ਉਹਨੂੰ ਇੱਛਾ ਮ੍ਰਿਤੂ ਕਹਿੰਦੇ ਆ। ਆਪਣੀ ਇੱਛਾ ਦੇ ਅਨੁਸਾਰ ਜੀਣਾ, ਆਪਣੀ ਇੱਛਾ ਨਾਲ। ਭੀਸ਼ਮ ਪਿਤਾਮਾ ਨੂੰ ਉਹਦੇ ਪਿਤਾ ਨੇ ਵਰ ਦਿੱਤਾ ਸੀ, ਪੁੱਤਰ ਜਦੋਂ ਚਾਹੇ ਤੂੰ ਆਪਣਾ ਸਰੀਰ ਤਿਆਗ ਦੇਵੀਂ, ਜਦੋਂ ਚਾਹੇ ਰੱਖ ਲੈ, ਤੇਰੀ ਮਰਜ਼ੀ ਹੈ। ਪੁਰਾਤਨ ਸਮੇਂ ਤੋਂ ਚੱਲਿਆ ਆਇਆ ਹੈ। ਐਸੇ ਐਸੇ ਮਹਾਪੁਰਸ਼ ਆਪਣੀ ਇੱਛਾ ਨਾਲ ਲੰਮਾ ਸਮਾਂ ਜੀ ਵੀ ਸਕਦੇ ਹੈ, ਆਪਣੀ ਇੱਛਾ ਨਾਲ ਤੁਰਤ ਮਰ ਵੀ ਸਕਦੇ। ਜਿਵੇਂ ਹਾਥੀ ਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਵੇ, ਹਾਥੀ ਨੂੰ ਕੀ ਭਾਰ ਹੈ ਉਹਦਾ? ਭਾਵੇਂ ਉਹ ਜਿੱਡੀ ਮਰਜ਼ੀ, ਜਿੰਨਾ ਚਿਰ ਮਰਜ਼ੀ ਪਾਈ ਰੱਖੇ ਫੁੱਲਾਂ ਦੀ ਮਾਲਾ, ਜੇ ਤੋੜ ਕੇ ਸੁੱਟਣੀ ਚਾਹੇ ਤਾਂ ਜ਼ੋਰ ਲੱਗਦਾ ਕੋਈ ਹਾਥੀ ਦਾ, ਸੁੱਟ ਸਕਦਾ। ਹਾਥੀ ਨੂੰ ਫੁੱਲਾਂ ਦੀ ਮਾਲਾ ਪਾਣੀ ਜਾਂ ਲਾਣੀ ਕੋਈ ਔਖੀ ਨਹੀਂ ਹੈ। ਇਸੇ ਤਰ੍ਹਾਂ ਮਹਾਪੁਰਸ਼ ਬ੍ਰਹਮ ਗਿਆਨੀ ਹਾਥੀ ਦੀ ਤਰ੍ਹਾਂ ਬਲਵਾਨ ਹੁੰਦੇ ਆ। ਇਹ ਸਰੀਰ ਫੁੱਲਾਂ ਦੀ ਨਿਆਈ ਉਹਨਾਂ ਵਾਸਤੇ ਰੱਖਣ, ਭਾਵੇਂ ਛੱਡ ਦੇਣ, ਉਹਨਾਂ ਨੂੰ ਕੋਈ ਜ਼ੋਰ ਨਹੀਂ ਲੱਗਦਾ। ਮਾਂ ਬਾਬਾ ਭਾਈ ਤਾਰੂ ਸਿੰਘ ਜੀ ਕਹਿੰਦੇ ਅਸੀਂ ਦੇਹ ਆਪਣੀ ਇਸ ਕਰਕੇ ਰੱਖੀ ਹੈ, ਮਾਰ ਜੂਤ ਤੁਝ ਅੱਗੇ ਧਰ ਲੇਹ। ਕਿਉਂਕਿ ਅਸੀਂ ਵਚਨ ਕੀਤਾ ਹੈ ਤੈਨੂੰ ਅਸੀਂ ਆਪਣੀ ਜੁੱਤੀ ਦੇ ਅੱਗੇ ਲੈ ਕੇ ਜਾਣਾ ਹੈ, ਜੁੱਤੀਆਂ ਮਾਰ ਕੇ ਲੈ ਕੇ ਜਾਣਾ ਹੈ। ਉਹ ਨਜ਼ਾਰਾ ਪੂਰਾ ਕਰਕੇ ਦੁਨੀਆ ਨੂੰ ਦਿਖਾ ਕੇ ਫਿਰ ਸਰੀਰ ਛੱਡਾਂਗੇ। ਉਸਤਾਦ ਮਿਲਿਓ ਤੁਧ ਅੱਗੇ ਨਾ ਕੋਏ। ਅੱਗੇ ਤੈਨੂੰ ਕੋਈ ਉਸਤਾਦ ਟੱਕਰਿਆ ਨਹੀਂ, ਹੁਣ ਤੈਨੂੰ ਅਸੀਂ ਟੱਕਰ ਗਏ ਆ ਜ਼ਕਰੀਆ ਖਾਨ।
ਹੁਣ ਤੈਨੂੰ ਅਸੀਂ ਆਪਣੀ ਜੁੱਤੀ ਦੇ ਅੱਗੇ ਲਾ ਕੇ ਲੈ ਜਾਣਾ, ਦੁਨੀਆ ਨੂੰ ਦਿਖਾ ਦੇਣਾ ਵੀ ਖਾਲਸੇ ਦੇ ਬਚਨਾਂ 'ਚ ਕਿੰਨੀ ਸੱਤਿਆ ਹੁੰਦੀ ਹੈ। ਖੂਨ ਹਕੀਕਤ ਪਚ ਗਇਓ ਤੋਏ। ਤੂੰ ਭਾਈ ਮਨੀ ਸਿੰਘ ਵਰਗੇ, ਭਾਈ ਸਾਹਿਬ ਹਕੀਕਤ ਰਾਏ ਵਰਗੇ ਸਿੰਘਾਂ ਨੂੰ ਸ਼ਹੀਦ ਕਰਤਾ, ਉਹ ਖੂਨ ਤਾਂ ਤੂੰ ਪਚਾ ਲੇ, ਪਰ ਹੁਣ ਤੈਨੂੰ ਅਸੀਂ ਖਤਮ ਕਰਾਂਗੇ। ਮਾਰ ਜੁੱਤੀ ਧਰ ਲਿਉ ਆਗੇ। ਮੈਂ ਤੈਨੂੰ ਜੁੱਤੀਆਂ ਮਾਰ ਕੇ ਆਪਣੀ ਜੁੱਤੀ ਦੇ ਅੱਗੇ ਲਾ ਕੇ ਨਰਕਾਂ 'ਚ ਲੈ ਕੇ ਜਾਵਾਂਗਾ। ਛੋਡਾਂ ਤੋਹੇ ਪਿਕੰਬਰ ਲਾਗੇ। ਜਿੱਥੇ ਤੇਰਾ ਪੈਗੰਬਰ ਹੈ ਨਾ ਉੱਥੇ ਜਾ ਕੇ ਛੱਡਾਂਗਾ ਵੀ ਆ ਸਾਂਭ ਆਪਣੀ ਉਮਤ ਨੂੰ। ਆ ਦੇਖ ਲੈ ਕੀ ਹਾਲ ਹੈ ਇਹਨਾਂ ਦਾ। ਹਾਂਜੀ। ਔਰ ਜੋ ਤੁਮ ਕੋ ਅਬ ਛੱਡ ਜਾਵੋ। ਤੇ ਜੇ ਮੈਂ ਤੈਨੂੰ ਛੱਡ ਕੇ ਚਲਾ ਗਿਆ, ਪਹਿਲਾਂ ਮਰ ਗਿਆ, ਤੇਰੇ ਤੋਂ ਸ਼ਹੀਦ ਹੋ ਗਿਆ ਮੈਂ, ਤੁਮ ਤੇ ਆਪੇ ਬਲੀ ਕਹਾਵੋ। ਫਿਰ ਮੈਂ ਆਪਣੇ ਆਪ ਨੂੰ ਬਲੀ ਕੋ ਆਵਾਂਗਾ, ਪਰ ਨਹੀਂ, ਮੈਂ ਬਲੀ ਤੈਨੂੰ ਅੱਗੇ ਲਾ ਕੇ ਹੀ ਬਣਨਾ ਹੈ। ਛੋੜ ਪਿਕੰਬਰ ਤੁਝੈ ਦਿਖਾਲ। ਤੈਨੂੰ ਪੈਗੰਬਰ ਕੋਲ ਜਾ ਕੇ ਪੈਗੰਬਰ ਦੇ ਹਵਾਲੇ ਕਰਾਂਗਾ ਵੀ ਆ ਦੇਖ ਲੈ, ਆਪਣੇ ਚੇਲਿਆਂ ਦਾ ਹਾਲ ਵੇਖ ਲੈ। ਹਾਂਜੀ। ਦੇਉ ਉਸੈ ਕਚਹਿਰੀ ਡਾਲ। ਤੇ ਤੈਨੂੰ ਉਹਦੀ ਕਚਹਿਰੀ 'ਚ ਛੱਡ ਕੇ ਅੱਗੇ ਜਾਵਾਂਗਾ ਸੱਚਖੰਡ। ਵਹਿ ਤੋਹੇ ਕੂੜੀ ਭਰੇ ਸ਼ਫਾਤ। ਫਿਰ ਉਹ ਤੇਰੀ ਝੂਠੀ ਸਿਫਾਰਿਸ਼ ਭਰੇਗਾ ਕਿ ਨਹੀਂ, ਉਹ ਤੂੰ ਜਾਣੇ ਤੇ ਤੇਰਾ ਪੈਗੰਬਰ ਜਾਣੇ। ਵਹਿ ਭੀ ਵਿੱਚ ਘਸੀਟਿਓ ਜਾਤ। ਜੇ ਉਹ ਤੇਰੀ ਝੂਠੀ ਗਵਾਹੀ ਦੇਵੇਗਾ, ਉਹ ਵੀ ਵਿੱਚ ਘਸੀਟਿਆ ਜਾਏਗਾ। ਇਸ ਕਰਕੇ ਅਸੀਂ ਤੈਨੂੰ ਪੈਗੰਬਰ ਕੋਲ ਛੱਡ ਦੇਣਾ, ਜੁੱਤੀਆਂ ਮਾਰ ਕੇ ਲੈ ਜਾਣਾ। ਦੋਹਰਾ ਮਾਰ ਹਕੀਕਤ ਬਚ ਰਹਿਓ, ਅਬ ਤੂੰ ਬਚਤੋ ਨਾਹੀ। ਭਾਈ ਹਕੀਕਤ ਰਾਏ ਜੀ ਨੂੰ ਮਾਰ ਕੇ ਤਾਂ ਤੂੰ ਜਿਉਂਦਾ ਰਿਹਾ, ਬਚ ਰਿਹਾ, ਪਰ ਮੈਨੂੰ ਮਾਰ ਕੇ ਬਚ ਨਹੀਂ ਸਕਦਾ ਹੁਣ ਤੂੰ। ਪਿਕੰਬਰ ਭੀ ਦੋਜਕ ਪੜੈ, ਜੋ ਗਹਿ ਤੁਮਾਰੀ ਬਾਹੀ। ਤੈਨੂੰ ਉਸ ਨਰਕਾਂ 'ਚ ਸੁੱਟਣਾ ਜਿੱਥੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਤੇਰੀ ਗਵਾਹੀ ਨਹੀਂ ਦੇਣੀ, ਤੇਰੀ ਬਾਹ ਨਹੀਂ ਫੜਨੀ। ਕਿਉਂ? ਜਦੋਂ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਮਹਾਪੁਰਸ਼ ਜਿਹੜੇ ਹੁੰਦੇ ਪੀਰ ਪੈਗੰਬਰ, ਉਹ ਮਾੜੇ ਬੰਦੇ ਦਾ ਫਿਰ ਉੱਥੇ ਜਾਮਨ ਨਹੀਂ ਬਣਦੇ, ਗੁਨਾਹਗਾਰ ਦੀ ਬਾਹ ਨਹੀਂ ਫੜਦੇ ਉਹ। ਕਿਉਂ? ਜੇ ਬੰਦਾ ਜਿਉਂਦੇ ਜੀ ਗੁਨਾਹਾਂ ਤੋਂ ਤੋਬਾ ਕਰ ਲਵੇ ਫੇਰ ਤਾਂ ਬਖਸ਼ ਦਿੰਦੇ ਆ, ਪਰ ਜੇ ਕਵੇ ਵੀ ਮਰਨ ਤੋਂ ਬਾਅਦ ਫੇਰ ਨਹੀਂ। ਹਾਂਜੀ। ਚਾਉ ਪਈ ਕਹੋ ਜਾਏ ਹੋ ਰਹੋ ਮਜ਼ਬੂਤ। ਹੁਣ ਤਗੜਾ ਹੋ ਜਾ, ਤੂੰ ਮਜ਼ਬੂਤੀ ਕਰ ਲੈ, ਤੇਰਾ ਟਾਈਮ ਆ ਗਿਆ। ਮਾਰੋ ਬੰਦ ਕਰ ਹਗਨੋ ਮੂਤ। ਤੇਰਾ ਹੱਗਣਾ ਮੂਤਣਾ ਬੰਦ ਕਰਕੇ ਮਾਰਨਾ ਤੈਨੂੰ। ਸਭ ਤੋਂ ਭੈੜੀ ਮੌਤ ਹੁੰਦੀ ਹੈ ਕਿਸੇ ਨੂੰ ਪਿਸ਼ਾਬ ਦਾ ਬੰਦ ਪੈ ਜਾਵੇ, ਬਹੁਤ ਬੁਰੀ ਹਾਲਤ ਹੁੰਦੀ ਹੈ। ਇਹ ਸ਼ਹੀਦੀ ਪਹਿਰਾ ਹੁਣ ਚੱਲ ਪਿਆ। ਜਿਸ ਦਿਨ ਭਾਈ ਸਾਹਿਬ ਦੀ ਖੋਪਰੀ ਲਾਈ ਹੈ ਨਾ, ਉਸ ਵੇਲੇ ਬਚਨ ਹੋਏ ਨੇ। ਉਸੇ ਦਿਨ ਤੋਂ ਬਾਅਦ ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ। ਉਹ ਤਿਆਰ ਤੂੰ ਦੋਜਕ ਤਾਉ। ਲੈ ਹੁਣ ਤੂੰ ਨਰਕਾਂ ਨੂੰ ਜਾਣਾ, ਜਿਉਂਦੇ ਜੀ ਵੀ ਨਰਕ 'ਚ ਤੇ ਮਰ ਕੇ ਵੀ ਨਰਕ 'ਚ। ਹੁਣ ਤੈਨੂੰ ਸਾਖਸ਼ਾਤ ਨਰਕ ਦੇ ਨਜ਼ਾਰੇ ਦਿਖਾਵਾਂਗੇ। ਮਾਰ ਜੂਤਨ ਤੋਹ ਪਹਿਲੋ ਲਿਜਾਉ। ਫਿਰ ਜੁੱਤੀ ਮਾਰ ਕੇ ਲੈ ਕੇ ਜਾਵਾਂਗੇ ਅੱਗੇ। ਦੋਹਰਾ ਉਸ ਹੀ ਵਕਤ ਨਵਾਬ ਕੋ ਭਇਓ ਸੋ ਬੰਦ ਪਿਸ਼ਾਬ। ਸਾਧ ਸੰਗਤ ਜੀ, ਉਸੇ ਵੇਲੇ ਜਦੋਂ ਭਾਈ ਸਾਹਿਬ ਨੇ ਬਚਨ ਕਹੇ, ਭਾਈ ਤਾਰੂ ਸਿੰਘ ਸਾਹਿਬ ਜੀ ਨੇ, ਭਗਤ ਮੁਖਾ ਤੇ ਬੋਲਦੇ ਸੇ ਵਚਨ ਹੋਵੰਦੇ। ਸਹਿ ਸੁਭਾਅ ਵੀ ਜੇ ਮਹਾਂਪੁਰਸ਼ ਬਚਨ ਕਰਦੇ ਨੇ ਪੂਰੇ ਹੋ ਜਾਂਦੇ ਆ। ਇਹ ਤਾਂ ਮਹਾਨ ਸ਼ਹੀਦ ਸਨ। ਭਾਈ ਸਾਹਿਬ ਜੀ ਦੇ ਮੂੰਹ ਤੋਂ ਨਿਕਲਿਆ ਬਚਨ, ਤੇਰਾ ਪਿਸ਼ਾਬ ਹੱਗਣਾ ਮੂਤਣਾ ਬੰਦ। ਉਸੇ ਵੇਲੇ ਹੀ ਇਹਨੂੰ ਬੰਦ ਪੈ ਗਿਆ ਪਿਸ਼ਾਬ ਦਾ। ਜੋ ਤੜਫੈ ਜਿਮ ਥਲ ਮੱਛੀ, ਪਾਵਤ ਭਇਓ ਅਜਾਬ। ਜਦੋਂ ਪਿਸ਼ਾਬ ਬੰਦ ਹੋ ਗਿਆ ਤੇ ਉਸ ਵੇਲੇ ਫਿਰ ਇਦਾਂ ਤੜਫਣ ਲੱਗਾ ਜ਼ਕਰੀਆ ਖਾਨ, ਜਿਵੇਂ ਮੱਛੀ ਪਾਣੀ ਚੋਂ ਕੱਢ ਕੇ ਬਾਹਰ ਰੱਖਦੀ ਹੈ ਤੇ ਤੜਫਦੀ ਹੈ। ਤੜਫ ਕੇ ਮਰਦੀ ਹੈ ਨਾ ਮੱਛੀ ਪਾਣੀ ਤੋਂ ਬਿਨਾਂ, ਇਦਾਂ ਤੜਫਣ ਲੱਗਾ। ਫਿਰ ਚਾਉ ਪਈ ਕਦੇ ਭੂਮ ਕਦੇ ਪਲੰਗ ਪਵੈ। ਕਦੀ ਦੇ ਪਲੰਗ ਦੇ ਉੱਤੇ ਲੇਟਦਾ ਤੇ ਕਦੀ ਉੱਠ ਕੇ ਥੱਲੇ ਜ਼ਮੀਨ ਤੇ ਲੇਟਣ ਲੱਗ ਜਾਂਦਾ। ਕਹਿੰਦਾ ਉਹ ਬਚਾਓ ਮੈਨੂੰ, ਬਚਾਓ ਮੈਨੂੰ। ਵੈਦਾਂ ਹਕੀਮਾਂ ਨੂੰ ਬੁਲਾਉਂਦਾ, ਉਹ ਬੜੀਆਂ ਬੜੀਆਂ ਦਵਾਈਆਂ ਪੁੜੀਆਂ ਦਿੰਦੇ ਆ ਵੀ ਇਹਨੂੰ ਪਿਸ਼ਾਬ ਆ ਜਾਵੇ, ਪਰ ਕੋਈ ਦਵਾਈ ਨਹੀਂ ਚੱਲਦੀ। ਸ਼ਹੀਦਾਂ ਸਿੰਘਾਂ ਦਾ ਐਸਾ ਪਹਿਰਾ ਚੱਲਿਆ ਹੈ। ਕਦੇ ਟਿਕੈ ਕਦੇ ਉੱਠ ਬਵੈ। ਕਦੀ ਉੱਠ ਕੇ ਬਹਿ ਜਾਂਦਾ, ਕਦੀ ਲੰਮਾ ਪੈ ਜਾਂਦਾ, ਹਾਏ ਹਾਏ ਕਰਦਾ, ਕਦੀ ਚੁੱਪ ਕਰ ਜਾਂਦਾ। 10 ਮਿੰਟ ਬਾਅਦ ਫੇਰ ਚੀਕਾਂ ਮਾਰਨ ਲੱਗ ਜਾਂਦਾ। ਕਦ ਉਂਦੋ ਕਦ ਮੁੱਦੋ ਹੋਏ। ਕਦੀ ਮੁੱਦਾ ਪੈ ਜਾਂਦਾ ਹੈ, ਪੇਟ 'ਚ ਦਰਦ ਹੁੰਦੀ ਹੈ, ਕਦੀ ਸਿੱਧਾ ਹੋ ਜਾਂਦਾ, ਕਦੀ ਖੜ ਜਾਂਦਾ, ਪਰ ਪਿਸ਼ਾਬ ਦਾ ਤੁਪਕਾ ਨਹੀਂ ਆਉਂਦਾ। ਕਦ ਕੂਕੈ ਕਦ ਪਰੈ ਸੋ ਰੋਏ। ਕਦੀ ਕੂਕਣ ਲੱਗ ਜਾਂਦਾ, ਕਦੀ ਰੋਣ ਲੱਗ ਜਾਂਦਾ। ਜ਼ਕਰੀਆ ਖਾਨ ਹਾਏ ਹਾਏ ਕਰਦਾ ਹੈ।
ਲੱਗੇ ਮਗਾਵਨ ਮੁੱਲਾ ਕਾਜੀ। ਕਾਜ਼ੀਆਂ ਮੁਲਾਣਿਆਂ ਨੂੰ ਵੀ ਬੁਲਾਉਣ ਲੱਗ ਪਏ ਨੇ ਹੁਣ। ਕਹੈ ਆਏ ਹਮ ਕਰੀਏ ਰਾਜੀ। ਬੜੇ ਬੜੇ ਲਾਹੌਰ ਸ਼ਹਿਰ 'ਚ ਮੁਲਾਣੇ ਤੇ ਕਾਜੀ ਜਿਹੜੇ ਝਾੜੇ ਫੂਕੇ ਕਰਦੇ ਸੀਗੇ, ਪਹਿਲਾਂ ਤਾਂ ਦਵਾਈਆਂ ਦਾ ਹਿਸਾਬ ਕਿਤਾਬ ਲਾਇਆ, ਜਿੰਨੀਆਂ ਦਵਾਈਆਂ ਪਿਸ਼ਾਬ ਖੋਲਣ ਦੀਆਂ ਹੁੰਦੀਆਂ ਸਾਰੀਆਂ ਲਾ ਬੈਠੇ ਹਕੀਮ, ਕੋਈ ਆਰਾਮ ਨਹੀਂ ਆਇਆ। ਹਕੀਮਾਂ ਵੱਲੋਂ ਨਿਰਾਸ਼ ਹੋ ਕੇ ਵੀ ਚਲੋ ਕੋਈ ਕਾਜ਼ੀਆਂ ਮੁਲਾਣਿਆਂ ਨੂੰ ਕਹੀਏ, ਉਹ ਆ ਗਏ ਫਿਰ ਝਾੜੇ ਫੂਕੇ ਕਰਨ ਲੱਗ ਪਏ। ਉਹ ਵੀ ਫੂਕਾਂ ਮਾਰਨ, ਕੁਰਾਨ ਦੀਆਂ ਆਇਤਾਂ ਪੜ੍ਹਨ, ਸੈਫੀਆਂ ਪੜ੍ਹਨ, ਪਰ ਕੱਖ ਨਹੀਂ ਅਸਰ ਹੁੰਦਾ। ਪੜ ਪੜ ਸੈਫੀ ਕਲਾਮਨ ਫੂਕੈ। ਸੈਫੀਆਂ ਪੜ੍ਹ ਪੜ੍ਹ ਕੇ, ਕਲਾਮਾਂ ਪੜ੍ਹ ਪੜ੍ਹ ਕੇ ਫੂਕਾਂ ਮਾਰਦੇ ਆ, ਪਰ ਉਹਦੇ ਤੇ ਕੀ ਅਸਰ ਹੋਣਾ? ਉਹਨੂੰ ਸ਼ਹੀਦਾਂ ਸਿੰਘਾਂ ਨੇ ਰਗੜਿਆ ਹੋਇਆ। ਤਿਮ ਤਿਮ ਲੱਗੈ ਨਵਾਬ ਤਨ ਹੂਕੈ। ਜਿੰਨੀਆਂ ਉਹ ਕਲਮਾਂ ਪੜ੍ਹਦੇ ਆ, ਉਹਨਾਂ ਸ਼ਹੀਦ ਸਿੰਘ ਹੋਰ ਕਿਹੜਾ ਕੰਮ ਕਰ ਦਿੰਦੇ ਆ, ਹੋਰ ਰਗੜਾ ਦੇ ਦਿੰਦੇ ਆ, ਹੋਰ ਚੀਕਾਂ ਮਾਰਦਾ ਹੈ। ਨੀਲਾ ਬਾਣਾ ਹੱਥ ਵੱਡ ਸੋਟੋ। ਸ਼ਹੀਦਾਂ ਦੀਆਂ ਫੌਜਾਂ ਦਰਸ਼ਨ ਹੁੰਦੇ 96 ਕਰੋੜ। ਅੱਜ ਵੀ ਇੱਕ ਸਿੰਘ ਪੁੱਛ ਰਿਹਾ ਸੀ 96 ਕਰੋੜ ਕੀ ਹੁੰਦਾ ਹੈ? ਖਾਲਸਾ ਜੀ 96 ਕਰੋੜ ਸ਼ਹੀਦਾਂ ਸਿੰਘਾਂ ਦੀ ਗਿਣਤੀ ਹੈ, ਅਗੈਬੀ ਫੌਜ ਆ ਅਕਾਲ ਪੁਰਖ ਦੀ। ਇੱਥੇ ਤਾਂ ਮਹਾਰਾਜ ਨੇ ਥੋੜੀ ਜੀ ਫੌਜ ਭੇਜੀ ਹੈ, ਬਾਕੀ ਤਾਂ ਰਿਜ਼ਰਵ ਰੱਖੀ ਸੱਚਖੰਡ ਵਿੱਚ। ਅਕਾਲ ਪੁਰਖ ਦੀ ਖੇਡ ਬੜੀ ਵੱਡੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜਿਹੜੇ ਸ਼ਹੀਦ ਸਿੰਘ ਹਨ ਨੀਲੇ ਬਾਣੇ ਵਾਲੇ, ਉਹ ਬੜੇ ਪਹਿਰੇ ਦੇ ਨਾਲ ਮੋਟੇ ਮੋਟੇ ਸੋਟੇ ਮੋਢੇ ਰੱਖੇ ਹੋਏ, ਨੀਲੇ ਬਾਣੇ ਪਾਏ, ਸਿਰ ਦੇ ਉੱਤੇ ਦੁਮਾਲੇ ਚੱਕਰ ਖੰਡੇ, ਉਹ ਆ ਕੇ ਮਾਰਦੇ ਸਲੋਤਰ ਜ਼ਕਰੀਏ ਖਾਨ ਨੂੰ। ਮਾਰੈ ਸ਼ਹੀਦ ਭੰਗ ਘੋਟਣੇ ਮੋਟੋ। ਭੰਗ ਘੋਟਣੇ ਜਿਹੜੇ ਸੋਟੇ ਹੁੰਦੇ ਆ ਵੱਡੇ ਵੱਡੇ ਮੋਟੇ ਰਗੜਾ ਲਾਣ ਵਾਲੇ, ਉਹ ਸਿੰਘਾਂ ਨੇ ਮੋਢੇ ਧਰੇ ਹੋਏ, ਠਾ ਠਾ ਮਾਰਦੇ ਆ ਕੇ। ਜਿਮ ਜਿਮ ਪੀਰ ਪਿਕੰਬਰ ਧਿਆਵੈ। ਜਿੰਨਾ ਇਹ ਪੀਰਾਂ ਪੈਗੰਬਰਾਂ ਨੂੰ ਧਿਆਉਂਦਾ ਹੈ, ਓਨੀ ਜ਼ਿਆਦੀ ਇਹਨੂੰ ਘੁੱਟ ਪੈਂਦੀ ਹੈ। ਤਿਮ ਤਿਮ ਸ਼ਹੀਦ ਉਸ ਬਹੁਤ ਅਕਾਵੈ। ਉਹੀ ਸ਼ਹੀਦ ਅਕਾਂਦੇ ਆ, ਮਾਰਦੇ ਆ ਤੇ ਗੋਡਿਆਂ ਤੇ ਸਲੋਤਰ ਧਰ ਧਰ ਕੇ। ਕਹੈ ਦੁਸ਼ਟ ਤੁਰ ਆਗੈ ਚਾਲ। ਤੇ ਸ਼ਹੀਦ ਕਹਿੰਦੇ ਉਹ ਦੁਸ਼ਟਾ ਅੱਗੇ ਚੱਲ, ਤੁਰ ਅੱਗੇ ਹੁਣ, ਬੁਲਾ ਆਪਣਿਆਂ ਨੂੰ, ਜਿਹੜਾ ਤੇਰਾ ਕੋਈ ਬਚਾਉਣ ਵਾਲਾ ਬਚਾਵੇ ਤੈਨੂੰ ਹੁਣ ਆ ਕੇ। ਕਰੇ ਨਵਾਬ ਕੋ ਐਸ ਹਵਾਲ। ਏਦਾਂ ਨਵਾਬ ਜ਼ਕਰੀਏ ਦਾ ਹਾਲ ਕਰ ਦਿੱਤਾ ਸ਼ਹੀਦਾਂ ਦੀ ਫੌਜ ਨੇ। ਸਨਮੁਖ ਨਦਰ ਨਵਾਬੈ ਆਵੈ। ਆ ਸਾਹਮਣੇ ਨਵਾਬ ਨੂੰ ਸ਼ਹੀਦ ਦਿਖਦੇ ਆ, ਉਹ ਆ ਗਏ, ਉਹ ਆ ਗਏ। ਉਹ ਜਿਹੜੇ ਕੋਲ ਕਾਜੀ ਮਲਾਣੇ ਕਹਿੰਦੇ ਜੀ ਕੀ ਕੌਣ ਆਏ? ਉਹਨਾਂ ਨੂੰ ਦਿਖਦੇ ਕੋਈ ਨਹੀਂ, ਕੱਲੇ ਜ਼ਕਰੀਏ ਨੂੰ ਸ਼ਹੀਦਾਂ ਦੇ ਦਰਸ਼ਨ ਹੁੰਦੇ ਆ ਮਾਰਦਿਆਂ ਦੇ। ਉਹ ਜਿਹੜੇ ਦੂਜੇ ਆ ਉਹ ਕਹਿੰਦੇ ਸਾਨੂੰ ਤਾਂ ਕੋਈ ਦਿਸਦਾ ਨਹੀਂ ਖਾਨ ਸਾਹਿਬ, ਤੁਹਾਨੂੰ ਕੀ ਦਿਸਦਾ? ਉਹ ਕਹਿੰਦਾ ਮੇਰੇ ਚਾਰੇ ਪਾਸੇ ਫਿਰਦੇ ਡਾਂਗਾਂ ਲੈ ਕੇ। ਏਦਾਂ ਚੀਕਾਂ ਮਾਰਦਾ ਜ਼ਕਰੀਆ ਖਾਨ। ਸੀਸ ਕਰਦ ਹੱਥ ਚੱਕਰ ਘੁਮਾਵੈ। ਹਾਂ, ਉਹ ਜਿਹੜੇ ਸ਼ਹੀਦ ਨੇ ਉਹਨੂੰ ਸਿਰ ਦੇ ਉੱਤੋਂ ਚੱਕਰ ਲਾ ਕੇ ਘੁਮਾ ਕੇ ਦਿਖਾਉਂਦੇ ਆ, ਦੇਖ ਲੈ ਤੇਰਾ ਇਹਦੇ ਨਾਲ ਸਿਰ ਲਾਣਾ। ਉਹ ਡਰ ਜਾਂਦਾ ਵੀ ਹੁਣੇ ਲਾਣ ਲੱਗੇ ਆ। ਇਦਾਂ ਉਹ ਸ਼ਸਤਰ ਦਿਖਾਉਂਦੇ ਆ ਨਾ, ਜਦੋਂ ਤੇਗਾਂ ਚੱਕਰ ਖੰਡੇ, ਤੇ ਉਦੋਂ ਚੀਕਾਂ ਨਿਕਲਦੀਆਂ, ਸਮੌਤ ਮਿੰਟ ਮਿੰਟ 'ਚ ਸਾਹਮਣੇ ਆਉਂਦੀ ਹੈ। ਨਵਾਬ ਦੇਖੇ ਅਰ ਥਰ ਥਰ ਕੰਪੇ। ਨਵਾਬ ਦੇਖ ਦੇਖ ਕੇ ਸਿੰਘਾਂ ਸ਼ਹੀਦਾਂ ਨੂੰ ਥਰ ਥਰ ਕੰਬਦਾ ਹੈ। ਮੁਖ ਤੇ ਨਾਮ ਪਿਕੰਬਰ ਜੰਪੇ। ਮੂੰਹ ਤੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਵੀ ਯਾਦ ਕਰਦਾ, ਪਰ ਪੈਗੰਬਰ ਹੁਣ ਕੀ ਕਰੇ? ਕਿਉਂਕਿ ਮਾੜੇ ਕੰਮ ਕੀਤੇ ਸੀ। ਚੰਗਿਆਂ ਦਾ ਤਾਂ ਪੈਗੰਬਰ ਬਾਹ ਫੜੇਗਾ, ਮਾੜਿਆਂ 'ਚ ਥੋੜਾ ਫੜੇਗਾ। ਉਹ ਬੁਰੇ ਕੰਮ ਕਰਨ ਕਰਕੇ ਜ਼ਕਰੀਏ ਨੂੰ ਅੱਜ ਸ਼ਹੀਦਾਂ ਸਿੰਘਾਂ ਦੀ ਮਾਰ ਪੈ ਰਹੀ ਹੈ। ਕਰ ਹਜ਼ਰਾਇਤ ਮੰਗਾਵੇ ਪੀਰ। ਪੀਰਾਂ ਦੀਆਂ ਹਜ਼ਰਾਇਤਾਂ ਕਰਾ ਕੇ, ਉੱਥੇ ਜਿਹੜੇ ਪੀਰਾਂ ਦੀ ਕਬਰ ਤੇ ਜਾ ਕੇ ਚਾਦਰ ਚੜਾਉਂਦੇ ਆ ਨਾ, ਤੇ ਉੱਥੇ ਪ੍ਰਸ਼ਾਦ ਲੈ ਕੇ ਆਉਂਦੇ ਆ, ਦੁਆਵਾਂ ਕਰਾਉਂਦੇ। ਜਿੰਨੇ ਪੀਰ ਸੀਗੇ ਉਹਨਾਂ ਦੀਆਂ ਹਜ਼ਰਾਇਤਾਂ ਕਰਾ ਕੇ ਮੰਗਾਈਆਂ ਜ਼ਕਰੀਏ ਖਾਨ ਨੇ। ਦੇਖ ਭੁਜੰਗਨ ਹੋਏ ਜਾਏ ਤਗੀਰ। ਉਹ ਕਈ ਜਿਹੜੇ ਗੈਬੀ ਸ਼ਕਤੀਆਂ ਪੀਰਾਂ ਕਈ ਇਹਨਾਂ ਦੀਆਂ ਉਹ ਵੀ ਆ ਬੁਲਾਏ, ਪਰ ਜਦੋਂ ਭੁਜੰਗੀਆਂ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਕਰਦੇ ਉਹ ਵੀ ਭੱਜ ਜਾਂਦੇ ਸ਼ਹੀਦਾਂ ਨੂੰ ਦੇਖ ਕੇ। ਦੋਹਰਾ ਪੀਰ ਪਿਕੰਬਰ ਜਿਸ ਜਪੈ ਸੋਈ ਆਵੈ ਧਾਈ। ਜਿਹੜੇ ਪੀਰ ਪੈਗੰਬਰ ਨੂੰ ਯਾਦ ਕਰਦੇ ਨੇ, ਬੁਲਾਉਂਦੇ ਨੇ, ਉਹ ਆ ਤਾਂ ਜਾਂਦਾ ਹੈ। ਚੱਕਰ ਕਟਾਰੀ ਕਰਦਸੋਂ ਮਾਰ ਸ਼ਹੀਦ ਦੇਹਨ ਠਾਈ। ਪਰ ਅੱਗੋਂ ਸ਼ਹੀਦਾਂ ਦੀ ਫੌਜ ਖੜੀ ਹੁੰਦੀ ਹੈ, ਉਹ ਕਹਿੰਦੇ ਇਹਨਾਂ ਦਾ ਹੁਣ ਕੀ ਕਰੀਏ ਅਸੀਂ? ਸਾਧ ਸੰਗਤ ਜੀ, ਇਹ ਜਿਹੜੀ ਸ਼ਹੀਦਾਂ ਸਿੰਘਾਂ ਦੀ ਫੌਜ ਹੈ ਅਗਾਮੀ, ਇਹ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਕਲਾ ਹੈ ਅੱਜ ਵੀ ਵਰਤਦੀ ਹੈ। ਜਿਹੜੇ ਨਾਸਤਿਕ ਲੋਕ ਨਹੀਂ ਸਮਝਦੇ, ਨਾ ਸਮਝਣ, ਪਰ ਜੇ ਯਾਦ ਕਰੋ ਤੁਹਾਡੇ ਨੇੜੇ ਕੋਈ ਦੁੱਖ ਦਲਿੱਦਰ ਕਲੇਸ਼ ਵਿਘਨ ਆਉਂਦਾ ਹੀ ਨਹੀਂ। ਸੋ ਸ਼ਹੀਦ ਸਿੰਘਾਂ ਦਾ ਪਹਿਰਾ ਜ਼ਕਰੀਏ ਦੇ ਉੱਤੇ ਚੱਲਿਆ। ਜਿਹੜੇ ਉਹ ਕਾਲੀਆਂ ਦੂਜੀਆਂ ਕਲਾਮਾਂ ਕਹਿੰਦੇ ਆ, ਕਾਲਾ ਇਲਮ ਵਗੈਰਾ, ਅੱਜ ਕੱਲ ਬੜਾ ਜ਼ੋਰ ਹੈ। ਅਖਬਾਰਾਂ ਵਿੱਚ ਮੈਂ ਦੇਖਿਆ ਖਬਰਾਂ ਘੱਟ, ਤੇ ਕਾਲੇ ਇਲਮ ਵਾਲਿਆਂ ਦੀਆਂ ਮਸ਼ਹੂਰੀਆਂ ਜ਼ਿਆਦਾ ਛਪਦੀਆਂ। ਇੱਥੇ ਤਾਂ ਜ਼ਿਆਦਾ ਵੇਖੀਆਂ ਜੇ ਇੰਡੀਆ ਇੰਨੀਆਂ ਨਹੀਂ ਜਿੰਨੀਆਂ ਇੱਥੇ ਵੇਖੀਆਂ ਤੁਹਾਡੇ ਮੁਲਕ ਵਿੱਚ।
ਇਹ ਉੱਥੋਂ ਫੋਨ ਕਰੋ, $100 ਪਾਓ ਤੇ ਹੁਣੇ ਕੰਮ ਕਰਾਓ। ਤੇ ਸਾਡੇ ਲੋਕ ਮੰਨਦੇ ਵੀ ਹੈ, ਦਿੰਦੇ ਆ ਪੈਸੇ, ਤਾਂ ਹੀ ਅਗਲਿਆਂ ਦੇ ਇਸ਼ਤਿਹਾਰ ਛਪਦੇ ਆ। ਤੋ ਸਾਧ ਸੰਗਤ, ਇਹ ਜਿਹੜੇ ਕਾਲੇ ਇਲਮ ਨੇ ਪੁੱਠੇ ਵੀ ਬੜੇ ਪੈਂਦੇ ਆ। ਪੁੱਠੇ ਹੋਣ ਸਿੱਧੇ ਹੋਣ, ਗੁਰੂ ਕੇ ਸਿੱਖ ਨੇ ਗੁਰੂ ਦਾ ਹੀ ਆਸਰਾ ਲੈਣਾ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ, ਸ਼ਹੀਦਾਂ ਸਿੰਘਾਂ ਨੂੰ ਯਾਦ ਕਰੋ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ। ਕੋਈ ਭੈੜਾ ਇਲਮ, ਕਾਲਾ ਇਲਮ, ਵਿਗਨ ਕੋਈ ਸਾਡੇ ਘਰ ਨਹੀਂ ਚੱਲੇਗਾ। ਗੁਰਬਾਣੀ ਦਾ ਆਸਰਾ ਰੱਖੋ। ਸਾਡੇ ਕੋਲ ਇੱਕ ਬਜ਼ੁਰਗ ਸੀਗੇ ਬਾਬਾ ਦਰਸ਼ਨ ਸਿੰਘ, ਉਹ ਕਹਿੰਦੇ ਮੈਨੂੰ ਸ਼ੌਂਕ ਜਾਗ ਪਿਆ ਕਾਲਾ ਇਲਮ ਸਿੱਖਣ ਲਈ, ਮੌਲਵੀ ਕੋਲ ਚਲਾ ਗਿਆ। ਮੌਲਵੀ ਨੂੰ ਕਿਹਾ ਵੀ ਮੌਲਵੀ ਜੀ ਮੈਂ ਕਾਲਾ ਇਲਮ ਸਿੱਖਣਾ, ਤੁਸੀਂ ਸਿਖਾਉਂਦੇ ਹੋ, ਮੈਨੂੰ ਵੀ ਸਿਖਾ ਦਿਓ। ਉਹ ਮੌਲਵੀ ਕੋਈ ਸਿਆਣਾ ਸੀ, ਕਹਿਣ ਲੱਗਾ ਸਰਦਾਰ ਜੀ तुम्हारे पास गुरबाणी का गुटका है? ਕਹਿੰਦਾ ਹਾਂ ਹੈ। ਕਹਿੰਦਾ ਨਿਕਾਲੋ। ਕਹਿੰਦਾ ਮੈਂ ਗੁਟਕਾ ਕੱਢਿਆ ਨਿਤਨੇਮ ਦਾ। ਉਹ ਕਹਿੰਦਾ इसमें अक्षर काले हैं कि और हैं कुछ? कहते काले ही हैं। कहते और फिर काला इल्म क्या होता है? तुम अपने गुरु की कलाम पढ़ो, किस चक्कर में पढ़ रहे हो? इससे बड़ी कोई ताकत नहीं है। पर फिर भी साडे सिख छड्ड के गुरबाणी नूं उधर नूं ही भजी जाते हैं। सो साध संगत जी, गुरबाणी 'ਚ सारा कुछ है, ਸ਼ਹੀਦਾਂ ਸਿੰਘਾਂ ਦੀ ਬੇਅੰਤ ਤਾਕਤ ਹੈ। ਹਾਂਜੀ, ਚਉਪਈ ਪੀਰ ਪੈਗੰਬਰ ਦੇਖੈ ਜਾਤੀ। ਜਦੋਂ ਪੀਰ ਪੈਗੰਬਰ ਆਉਂਦੇ ਜ਼ਕਰੀਏ ਦੀ ਮਦਦ ਕਰਨ ਵਾਸਤੇ, ਅੱਗੇ ਸ਼ਹੀਦ ਸਿੰਘ ਸਲੋਤਰ ਲੈ ਕੇ ਖੜੇ ਹੁੰਦੇ ਆ। ਉਹਨਾਂ ਨੂੰ ਦੇਖ ਕੇ ਉਹ ਦੌੜ ਜਾਂਦੇ ਆ। ਤਜੀ ਆਸ ਤਿਨ ਕਾਜੀ ਮੁੱਲਾਂ ਤੇ। ਕਾਜ਼ੀਆਂ ਮੁਲਾਣਿਆਂ ਤੋਂ ਆਸ ਰਹਿ ਗਈ। ਜ਼ਕਰੀਏ ਨੂੰ ਪਤਾ ਲੱਗ ਗਿਆ ਵੀ ਇਹਨਾਂ ਤੋਂ ਹੁਣ ਮੇਰਾ ਬਚਾਅ ਨਹੀਂ ਹੋਣਾ, ਇਹ ਤਾਂ ਜ਼ੋਰ ਲਾ ਬੈਠੇ ਸਾਰਾ। ਹਾਂਜੀ, ਨਵਾਬ ਰਹਿਓ ਹੁਣ ਆਸ ਚੁਕਾਈ। ਫਿਰ ਨਵਾਬ ਜ਼ਕਰੀਏ ਖਾਨ ਨੂੰ ਆਸ ਲੈ ਗਈ ਜਿਉਣ ਦੀ, ਵੀ ਮੇਰਾ ਹੁਣ ਇਹ ਕਾਜ਼ੀ ਮੁਲਾਣਿਆਂ ਤੋਂ ਨਹੀਂ ਬਚਾਅ ਹੋਣਾ। ਤਬ ਖਾਲਸੇ ਉਸ ਆਸ ਤਕਾਈ। ਹੁਣ ਕੀ ਕਰੀਏ? ਕਹਿੰਦੇ ਹੁਣ ਖਾਲਸੇ ਨੂੰ, ਭਾਈ ਤਾਰੂ ਸਿੰਘ ਨੂੰ ਹੀ ਬੇਨਤੀ ਕਰੀਏ ਵੀ ਉਹ ਹੀ ਕਿਰਪਾ ਕਰਕੇ ਬਖਸ਼ ਦਵੇ। ਜਿਹੇ ਸਿਰ ਪਰ ਦੁੱਖ ਲਾਗੇ ਬੰਦੇ। ਜਿਹੜੇ ਬੰਦੇ ਤੇ ਦੁੱਖ ਆ ਜਾਂਦਾ ਨਾ, ਜਦੋਂ ਮੁਸੀਬਤ ਆ ਜਾਂਦੀ ਹੈ, ਬੰਦਾ ਦੁਖੀ ਹੋ ਜਾਂਦਾ ਜਦੋਂ, ਬੁਰੇ ਲੱਗੈ ਤਿਸ ਸਭ ਹੀ ਧੰਦੇ। ਉਹਨੂੰ ਫਿਰ ਸਾਰੀਆਂ ਚੀਜ਼ਾਂ ਬੁਰੀਆਂ ਲੱਗਣ ਲੱਗ ਜਾਂਦੀਆਂ, ਧੰਦੇ ਕੰਮ ਸਭ ਭੁੱਲ ਜਾਂਦਾ। ਫਿਰ ਉਹਨੂੰ ਧਰਮ ਕਰਮ ਵੀ ਭੁੱਲ ਜਾਂਦਾ। ਉਹਨੂੰ ਇਹ ਵੀ ਭੁੱਲ ਜਾਂਦਾ ਕਿ ਮੈਂ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਮੈਂ ਸਿੱਖ ਆ। ਉਹ ਕਹਿੰਦਾ ਜਿਵੇਂ ਮਰਜ਼ੀ ਦੁੱਖ ਤੋਂ ਜਾਨ ਛੁੱਟੇ, ਫਿਰ ਦੇਖਾਂਗੇ। ਹਾਂਜੀ, ਦੀਨ ਬੇਦੀਨ ਪੀਰ ਗੁਰ ਜੀਤੇ। ਦੀਨ ਬਦੀਨ ਵੀ ਭੁੱਲ ਜਾਂਦਾ, ਗੁਰੂ ਪੀਰ ਵੀ ਭੁੱਲ ਜਾਂਦੇ ਆ। ਇਹ ਵੀ ਭੁੱਲ ਜਾਂਦਾ ਵੀ ਮੇਰਾ ਧਰਮ ਮੰਨਦਾ ਇਸ ਗੱਲ ਨੂੰ ਕਿ ਨਹੀਂ। ਜਦੋਂ ਮੁਸੀਬਤ ਪੈਂਦੀ ਉਹ ਬੰਦਾ ਉਹ ਕੰਮ ਵੀ ਕਰਦਾ ਜਿਹੜਾ ਨਾ ਕਰਨਾ ਹੋਵੇ। ਦੁਖੀਏ ਲੋਕ ਸੇਵਤ ਹੈ ਤੇਤੇ। ਪੀਰਾਂ ਫਕੀਰਾਂ ਨੂੰ, ਗੁਰੂਆਂ ਪੀਰਾਂ ਨੂੰ ਕੌਣ ਸੇਵਦਾ? ਦੁਖੀ ਬੰਦਾ। ਧਰਮ ਸਥਾਨਾਂ ਤੇ ਕੌਣ ਜਾਂਦਾ? ਦੁਖੀ ਬੰਦਾ। ਸੁਖੀ ਬੰਦਾ ਤਾਂ ਧਰਮ ਦੇ ਕੋਲ ਜਾਂਦਾ ਹੀ ਨਹੀਂ। ਪੀਰਾਂ ਫਕੀਰਾਂ ਦਾ ਵੀ ਕੰਮ ਤਾਂ ਹੀ ਚੱਲਦਾ, ਗੁਰੂਆਂ ਸਾਧੂਆਂ ਦਾ ਵੀ ਤਾਂ ਹੀ ਚੱਲਦਾ, ਉੱਥੇ ਦੁਖੀ ਲੋਕ ਜਾਂਦੇ ਆ। ਹਾਂਜੀ, ਜਿਨ ਜਿਨ ਤੇ ਕੁਛ ਭਲੋ ਨਾ ਹੋਏ। ਜਿੱਥੇ ਭਲਾ ਨਾ ਹੋਵੇ ਉਹ ਛੱਡ ਦਿੰਦੇ ਆ। ਕਹਿੰਦੇ ਇੱਥੇ ਐਨੇ ਦਿਨ ਪ੍ਰਸ਼ਾਦ ਚੜਾਉਂਦੇ ਰਹੇ, ਕੰਮ ਨਹੀਂ ਬਣਿਆ, ਆਪਾਂ ਹੋਰ ਬਾਬਾ ਦੇਖ ਲੈਂਦੇ ਆ। ਦੁਨੀਆ ਦੀ ਇਹ ਰੀਤ ਹੈ, ਸਾਰੇ ਪਾਸੇ ਇਦਾਂ ਹੁੰਦਾ। ਹਾਂਜੀ, ਸੇਵਤ ਲੋਕ ਔਰਨ ਕੋ ਤੋਏ। ਉਹ ਛੱਡ ਕੇ ਕਿਸੇ ਹੋਰ ਬੂਹੇ ਤੇ ਤੁਰ ਪੈਂਦੇ ਆ। ਜੇ ਗੁਰਦੁਆਰੇ ਕੰਮ ਬਣ ਗਿਆ ਠੀਕ ਹੈ, ਨਹੀਂ ਮੰਦਰ ਜਾ ਵੜਾਂਗੇ, ਮੰਦਰ ਨਾ ਬਣ ਗਿਆ ਮਸੀਤੇ ਜਾ ਵੜਾਂਗੇ। ਇਹ ਦੁਨੀਆ ਦਾ ਭਰੋਸਾ ਕੰਮ ਬਣਨ ਨਾਲ ਹੈ, ਵਿਸ਼ਵਾਸ ਸਿਦਕ ਨਹੀਂ ਹੈ। ਹਾਂਜੀ, ਭਟਕ ਭਟਕ ਨਰ ਔਰਨ ਸੇਵੈ। ਭਟਕ ਭਟਕ ਕੇ ਇੱਕ ਦਰ ਤੋਂ ਦੂਜੇ, ਦੂਜੇ ਤੋਂ ਤੀਜੇ ਬੰਦੇ ਦੇ ਗੁਲਾਮ ਬਣੇ ਰਹਿੰਦੇ ਐ। ਆਪਣੋ ਧਰਮ ਮੂੜ ਇਮ ਖੋਵੈ। ਇਸ ਤਰ੍ਹਾਂ ਮੂਰਖ ਲੋਕ ਆਪਣਾ ਦੀਨ ਈਮਾਨ ਗਵਾ ਕੇ ਦੁਨੀਆ ਤੋਂ ਜਾਂਦੇ ਐ। ਕੋ ਸੂਰੋ ਪੂਰੋ ਸਰੀਰ। ਕੋਈ ਹੁੰਦਾ ਜਿਹੜਾ ਸਿਦਕੀ ਹੁੰਦਾ, ਉਹ ਦੁੱਖ ਸੁੱਖ ਆਪਣੇ ਗੁਰੂ ਦੇ ਭਾਣੇ ਵਿੱਚ ਕੱਟ ਲੈਂਦਾ, ਉਹ ਵਿਰਲਾ ਹੀ ਹੁੰਦਾ ਕੋਈ। ਨਿਜ ਗੁਰ ਪਰ ਹੀ ਰਾਖੈ ਧੀਰ। ਉਹ ਵਿਰਲੇ ਹੁੰਦੇ ਸਿਦਕੀ ਜਿਹੜੇ ਆਪਣੇ ਗੁਰੂ ਤੇ ਭਰੋਸਾ ਰੱਖਦੇ ਹਨ। ਹੈ ਗੁਰ ਸਿੱਖ ਕੋ ਜਗ ਮਾਹੇ। ਐਸੇ ਸੁਖ ਸਿੱਖ ਸਿਦਕੀ ਬਹੁਤ ਘੱਟ ਹੁੰਦੇ ਦੁਨੀਆ ਵਿੱਚ। ਬੇਮੁਖ ਹੋਏ ਨਾ ਦੁੱਖ ਕਰ ਆਹੇ। ਉਹ ਦੁੱਖ ਨੂੰ ਵੇਖ ਕੇ ਆਪਣੇ ਗੁਰੂ ਦਾ ਦਰ ਨਹੀਂ ਛੱਡਦੇ, ਬੇਮੁਖ ਨਹੀਂ ਹੁੰਦੇ। ਦੋਹਰਾ ਬੰਦੀ ਖਾਨੋ ਸਭ ਛੱਡਿਓ, ਕਰ ਕਰ ਨਵਾਬ ਸਲਾਮ। ਹੁਣ ਕੀ ਹੋਇਆ? ਕਿਸੇ ਨੇ ਸਲਾਹ ਦਿੱਤੀ ਪੁੰਨ ਕਰੋ। ਕਹਿੰਦੇ ਪੁੰਨ ਕਿਹੜਾ ਕਰੀਏ? ਕਹਿੰਦੇ ਦੁਖੀਆਂ ਨੂੰ ਸੁਖੀ ਕਰੋ। ਕਿਵੇਂ ਕਰੀਏ? ਕਹਿੰਦੇ ਜਿਹੜੇ ਦੁਖੀ ਸਭ ਤੋਂ ਜ਼ਿਆਦਾ ਹੁੰਦੇ ਆ ਕੈਦ ਵਿੱਚ, ਜੇਲ੍ਹ ਵਿੱਚ। ਲਾਹੌਰ ਦੀ ਜੇਲ੍ਹ 'ਚ ਸਾਰੇ ਕੈਦੀ ਛੱਡ ਦਿਓ, ਉਹ ਦੁਆ ਦੇਣਗੇ, ਉਹਨਾਂ ਦੇ ਬੱਚੇ ਦੁਆ ਦੇਣਗੇ ਤੇ ਜ਼ਕਰੀਆ ਨੂੰ ਆਰਾਮ ਆ ਜਾਏਗਾ। ਸਾਰੇ ਜੇਲ੍ਹ ਦੇ ਕੈਦੀ ਛਡਾ ਦਿੱਤੇ। ਭਾਈ ਤਾਰੂ ਸਿੰਘ ਜੀ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ, ਤਉ ਭੀ ਬੰਧਨ ਨਹਿ ਛੁਟਿਓ, ਨਹਿ ਪਾਇਓ ਕਛੂ ਆਰਾਮ। ਆਰਾਮ ਨਹੀਂ ਆਇਆ।
ਉਸੇ ਤਰ੍ਹਾਂ ਹੀ ਜ਼ਕਰੀਆ ਹਾਏ ਹਾਏ ਕਰੀ ਜਾਂਦਾ ਹੈ। ਚਉਪਈ ਤਬ ਨਵਾਬ ਕੇ ਯਹ ਜੀ ਆਈ, ਫਿਰ ਜ਼ਕਰੀਏ ਦੇ ਖਿਆਲ ਆਇਆ ਮਨ ਵਿੱਚ, ਸਿੰਘ ਸਰਾਪ ਸਿੰਘਣ ਤੇ ਜਾਈ। ਤਾਰੂ ਸਿੰਘ ਦਾ ਸਰਾਪ ਹੈ, ਇਹ ਕਿਸੇ ਹੋਰ ਕੋਲੋਂ ਕੱਟਿਆ ਨਹੀਂ ਜਾਣਾ, ਸਿੰਘਾਂ ਕੋਲੋਂ ਹੀ ਬਖਸ਼ਿਆ ਜਾਣਾ ਹੈ। ਜੋ ਰਾਖੈ ਤਉ ਸਿੱਖ ਰਖਾਵੈ, ਜੇ ਹੁਣ ਮੈਨੂੰ ਬਚਾ ਸਕਦੇ ਆ ਤਾਂ ਸਿੱਖ ਹੀ ਬਚਾ ਸਕਦੇ ਆ। ਤਾਰੂ ਸਿੰਘ ਤੇ ਸਿੱਖ ਬਖਸ਼ਾਵੈ, ਤਾਰੂ ਸਿੰਘ ਨੂੰ ਸਿੱਖ ਹੀ ਕਹਿ ਸਕਦੇ ਆ ਵੀ ਇਹਨੂੰ ਮਾਫ ਕਰ ਦੇ। ਸ਼ਹਿਰੀ ਸਿੰਘ ਨਵਾਬ ਬੁਲਾਏ, ਤਾਂ ਨਵਾਬ ਨੇ ਭਾਈ ਤਾਰੂ ਸਿੰਘ ਜੀ ਦੇ ਕੋਲ ਜਾਣ ਵਾਸਤੇ ਸ਼ਹਿਰ ਦੇ ਸਿੰਘਾਂ ਨੂੰ ਸੱਦਿਆ। ਸੋ ਡਰਦੇ ਸਭ ਹੀ ਚੱਲ ਆਏ। ਉਹ ਵਿਚਾਰੇ ਡਰਦੇ ਸਹਿਜਧਾਰੀ ਸਿੱਖ ਜਿਹੜੇ ਲਾਹੌਰ 'ਚ ਰਹਿੰਦੇ ਸੀ ਆਏ ਜ਼ਕਰੀਏ ਕੋਲ। ਜੋੜ ਹਾਥ ਤਿੰਨ ਅੱਗੇ ਖਲੋਈ, ਜ਼ਕਰੀਆ ਜਿਹੜਾ ਅੱਗੇ ਸਿੰਘਾਂ ਨੂੰ ਘੂਰ ਘੂਰ ਕੇ ਦੇਖਦਾ ਸੀ ਨਾ, ਅੱਜ ਸਿੰਘਾਂ ਨੂੰ ਆਉਂਦਿਆਂ ਵੇਖ ਕੇ ਹੱਥ ਜੋੜ ਕੇ ਖਲੋ ਗਿਆ। ਮੈਂ ਤਕਸੀਰ ਕਿਮਹਿ ਬਖਸ਼ੋਈ, ਕਹਿਣ ਲੱਗਾ ਸਿੰਘੋ ਮੈਨੂੰ ਬਖਸ਼ੋ, ਮੇਰੀ ਜਾਨ ਬਖਸ਼ੋ, ਮੇਰੀ ਗਲਤੀ ਮਾਫ ਕਰਾਓ। ਤਾਰੂ ਸਿੰਘ ਤੇ ਖਤਾ ਬਖਸ਼ਾਵੋ, ਤੁਸੀਂ ਗੁਰੂ ਕੇ ਸਿੱਖੋ, ਤੁਹਾਡਾ ਤਾਰੂ ਸਿੰਘ ਭਰਾ ਹੈ, ਉਹਦੀ ਮੈਂ ਖਤਾ ਕੀਤੀ ਹੈ, ਉਹਨੂੰ ਕਹੋ ਮੈਨੂੰ ਮਾਫ ਕਰ ਦਵੇ। ਖੋਪਰੀ ਸੀਸ ਪਰ ਕਿਵੇਂ ਟਿਕਾਵੋ, ਉਹਦੀ ਖੋਪਰੀ ਉਹਦੇ ਕੇਸ ਸਾਡੇ ਕੋਲ ਪਏ ਨੇ, ਜਿਵੇਂ ਮਰਜ਼ੀ ਉਹਦੀ ਖੋਪਰੀ ਲਾ ਕੇ ਸਿਉਂ ਦਿਓ ਜ਼ਖਮ ਉਹਦੀ ਜਾਨ ਵੀ ਬਚ ਜਾਵੇ, ਉਹ ਠੀਕ ਹੋ ਜਾਵੇ ਤੇ ਮੈਂ ਵੀ ਬਚ ਜਾਵਾਂ। ਡਰਤ ਸਿੱਖਣ ਜਾਏ ਆਖੀ ਸੋਈ, ਜਦੋਂ ਇਹ ਗੱਲ ਸਿੱਖਾਂ ਨੇ ਭਾਈ ਤਾਰੂ ਸਿੰਘ ਨੂੰ ਕਹੀ, ਉਤਰ ਤਾਰੂ ਸਿੰਘ ਐਸ ਬਤੋਈ। ਅਗੋਂ ਭਾਈ ਤਾਰੂ ਸਿੰਘ ਕਹਿਣ ਲੱਗੇ, ਕਹੋ ਨਵਾਬ ਕਿਮ ਤਰਲੇ ਲੇਵੈ, ਕਿ ਨਵਾਬ ਹੁਣ ਤਰਲੇ ਕਿਉਂ ਕਰਦਾ ਹੈ? ਅਬ ਹਮ ਖੋਪਰੀ ਕਾਹਾਂ ਸ਼ੁਹੂਵੈ, ਹੁਣ ਅਸੀਂ ਉਹ ਖੋਪਰੀ ਕੀ ਕਰਨੀ ਜਿਹੜੀ ਸਾਡੇ ਸਰੀਰ ਨਾਲੋਂ ਲੈ ਗਈ ਆ, ਅਸੀਂ ਹੁਣ ਕਿਵੇਂ ਸਿਰ ਤੇ ਲਾਵਾਂਗੇ? ਜੋ ਤੁਧ ਵਿੱਚ ਸੌ ਲਾਏ ਲੈ ਤਾਨ, ਜੋ ਤੂੰ ਬਈ ਹੁਣ ਆਪ ਕਰਨਾ ਕਰ ਲੈ, ਜੋ ਸਾਡੇ ਨਾਲ ਹੋਰ ਕਰਨਾ ਉਹ ਵੀ ਕਰ ਲੈ। ਨਹਿ ਛਾਡੋ ਤੁਧ ਏਸ ਜਹਾਨ, ਹੁਣ ਤੈਨੂੰ ਇਸ ਦੁਨੀਆ ਤੇ ਰਹਿਣ ਨਹੀਂ ਦੇਣਾ, ਤੂੰ ਸਾਡੇ ਤੋਂ ਪਹਿਲਾਂ ਹਜ਼ਾਰਾਂ ਸਿੰਘ ਸ਼ਹੀਦ ਕੀਤੇ ਐ। ਦੋਹਰਾ ਤਬ ਨਵਾਬ ਮਨ ਜਾਣਿਓ, ਮੋਹਿ ਰਾਖ ਨਾ ਸਾਕੈ ਕੋਏ। ਜ਼ਕਰੀਏ ਖਾਨ ਨੂੰ ਇਲਮ ਹੋ ਗਿਆ ਵੀ ਹੁਣ ਮੈਨੂੰ ਨਹੀਂ ਕੋਈ ਬਚਾ ਸਕਦਾ। ਰਾਖਣ ਆਖੈ ਜੋ ਮੁਝੇ, ਸਾਥੇ ਜਾਵੈ ਸੋਏ। ਜੇ ਕੋਈ ਤਾਰੂ ਸਿੰਘ ਕੋਲੋਂ ਮੇਰੀ ਜਾਨ ਬਖਸ਼ਾਣ ਲਈ ਕਹੇਗਾ ਉਹ ਵੀ ਨਾਲ ਹੀ ਜਾਏਗਾ, ਤਾਰੂ ਸਿੰਘ ਨੇ ਹੁਣ ਬਖਸ਼ਣਾ ਨਹੀਂ ਹੈ। ਚਉਪਈ ਜਿਮ ਜਿਮ ਸ਼ਹੀਦ ਜੋ ਸੋਟੋ ਲਾਵੈ, ਜਿਉਂ-ਜਿਉਂ ਸ਼ਹੀਦਾਂ ਦੀ ਫੌਜ ਜ਼ਕਰੀਏ ਨੂੰ ਡੰਡੇ ਮਾਰਦੀ, ਸੋਟੇ ਮਾਰਦੀ ਐ, ਤਿਉ ਤਿਉ ਨਵਾਬ ਗਸ਼ੀਆਂ ਪੈ ਜਾਵੈ। ਉਹ ਤਿਉਂ-ਤਿਉਂ ਜ਼ਕਰੀਏ ਨੂੰ ਕਸ਼ੀਆਂ ਪੈਂਦੀਆਂ ਨੇ। ਜਿਮ ਜਿਮ ਸ਼ਹੀਦ ਉਸ ਦੇਵੈ ਤਰਾਸ, ਜਿਉਂ-ਜਿਉਂ ਸ਼ਹੀਦੀ ਸੇ ਫੌਜ ਆ ਕੇ ਤਰਾਸ ਦਿੰਦੀ ਆ, ਡਰ ਦਿੰਦੀ ਆ, ਜ਼ਕਰੀਏ ਨੂੰ ਡਰਾਉਂਦੀ ਆ ਸ਼ਹੀਦ ਸਿੰਘਾਂ ਦੀ ਫੌਜ। ਨਵਾਬ ਹੈ ਆਵੈ ਔਖੇ ਸਾਸ, ਉਹਦੇ ਨਵਾਬ ਦੇ ਸਵਾਸ ਔਖੇ ਹੁੰਦੇ ਜਾ ਰਹੇ ਨੇ। ਤਬ ਨਵਾਬ ਕੇ ਯਹ ਜੀ ਆਈ, ਤਾਂ ਉਹਦੇ ਮਨ 'ਚ ਇਦਾਂ ਦਾ ਖਿਆਲ ਆਇਆ, ਫਿਰ ਕਰੈ ਨਾ ਕਰੈ ਅਬ ਖਾਲਸੋ ਸਹਾਈ। ਹੁਣ ਖਾਲਸੇ ਨੂੰ ਬੇਨਤੀ ਕਰੀਏ ਜੇ ਉਹ ਬਖਸ਼ ਦੇਣ। ਸੁਬੇਗ ਸਿੰਘ ਛੱਡ ਪਾਸ ਬੁਲਾਇਆ, ਭਾਈ ਸੁਬੇਗ ਸਿੰਘ ਨੂੰ ਜੇਲ੍ਹ 'ਚ ਰੱਖਿਆ ਹੋਇਆ ਸੀ, ਤਸੀਹੇ ਦੇ ਰਹੇ ਸਨ। ਕਹਿਣ ਲੱਗਾ ਸੁਬੇਗ ਸਿੰਘ ਨੂੰ ਛੱਡੋ ਪਹਿਲਾਂ, ਉਹਨੂੰ ਬੁਲਾਇਆ। ਫਿਰ ਹਾਲ ਆਪਣੋ ਉਸੈ ਸੁਨਾਇਆ, ਉਹਨੂੰ ਸਾਰੀ ਹਾਲਤ ਦੱਸੀ ਆਪਣੀ ਕਹਿਓ ਸ਼ਹੀਦ ਮੁਝ ਛਾੜਤ ਨਾਹੀ। ਕਿ ਸੁਬੇਗ ਸਿੰਘ ਮੇਰੇ ਤੇ ਮੁਸੀਬਤ ਆ ਗਈ, ਸ਼ਹੀਦ ਮੈਨੂੰ ਛੱਡ ਦੇ, ਨਹੀਂ ਮਾਰਦੇ ਜਾਣ ਤੋਂ। ਪੀਰ ਪਿਕੰਬਰ ਨ ਰਹਿਓ ਧਿਆਈ, ਬੜੇ ਪੀਰ ਪੈਗੰਬਰਾਂ ਨੂੰ ਮੈਂ ਧਿਆ ਬੈਠਾ, ਕੋਈ ਨਹੀਂ ਸਹਾਇਤਾ ਕਰਦਾ। ਪੀਰ ਪਿਕੰਬਰ ਆਵੈ ਪਾਸ, ਆਉਂਦੇ ਤਾਂ ਹਨ ਪੀਰ ਪੈਗੰਬਰ, ਪਰ ਸਿੰਘਾਂ ਨੂੰ ਵੇਖ ਕੇ ਭੱਜ ਜਾਂਦੇ ਐ। ਦੌੜ ਸ਼ਹੀਦ ਕਰੈ ਉਨ ਨਾਸ, ਅਗੋਂ ਸ਼ਹੀਦ ਸਿੰਘ ਉਹਨਾਂ ਨੂੰ ਵੀ ਡੰਡਾ ਦਿਖਾ ਦਿੰਦੇ ਆ ਤੇ ਉਹ ਵੀ ਦੌੜ ਜਾਂਦੇ ਆ। ਅਬ ਤੇ ਆਸ ਹਮ ਸਿੰਘਾਂ ਨ ਰਹੀ, ਹੁਣ ਤਾਂ ਸਿਰਫ ਖਾਲਸਾ ਪੰਥ ਹੀ ਹੈ, ਜੇ ਬਖਸ਼ ਦੇਵੇ ਤਾਂ। ਮਾਰੇ ਰਾਖੇ ਖਾਲਸੋ ਸਹੀ, ਖਾਲਸਾ ਹੀ ਰੱਖੇ ਤੇ ਖਾਲਸਾ ਹੀ ਮਾਰੇ, ਹੁਣ ਹੋਰ ਕਿਸੇ ਦੇ ਬਸ ਦੀ ਗੱਲ ਨਹੀਂ ਰਹੀ। ਸੁਬੇਗ ਸਿੰਘ ਤਬ ਸੀਸ ਹਿਲਾਇਆ, ਅੱਗੋਂ ਭਾਈ ਸੁਬੇਗ ਸਿੰਘ ਨੇ ਸਿਰ ਹਿਲਾ ਦਿੱਤਾ। ਸੰਤ ਸਰਾਪ ਨਾ ਜਾਤ ਮਿਟਾਇਆ। ਦੇਖੋ ਖਾਨ ਬਹਾਦਰ ਜ਼ਕਰੀਆ ਖਾਨ ਜੀ, ਸੰਤਾਂ ਦਾ ਮਹਾਪੁਰਸ਼ਾਂ ਦਾ ਵਾਕ ਦਿੱਤਾ ਸਰਾਪ ਕਿਸੇ ਕੋਲ ਟਲਦਾ ਨਹੀਂ ਹੁੰਦਾ। ਬਹੁਤ ਖੌਫ ਤਿਨ ਮਨ ਮੈਂ ਖਾਇਆ, ਬਹੁਤ ਜ਼ਿਆਦਾ ਇਹ ਖਤਰਨਾਕ ਹੁੰਦਾ ਜੇ ਕਿਸੇ ਸਾਧੂ ਦਾ ਸਰਾਪ ਹੋ ਜਾਵੇ। ਸੁੱਤੋ ਸ਼ੇਰ ਨਾ ਚਾਹੀਏ ਜਗਾਇਆ, ਸੁੱਤਾ ਸ਼ੇਰ ਨਹੀਂ ਜਗਾਈਦਾ ਹੁੰਦਾ ਕਦੀ ਵੀ। ਖਾਲਸੇ ਨਾਲ ਤੁਸੀਂ ਬਹੁਤ ਵੱਡਾ ਵੈਰ ਕਰ ਲਿਆ ਭਾਈ ਸਾਹਿਬ ਦੀ ਖੋਪਰੀ ਲਾ ਕੇ। ਮਤ ਹਮ ਪਰ ਕਛ ਕਰਦਾ ਵਾਕ, ਕਿਤੇ ਸਿੰਘ ਮੈਨੂੰ ਵੀ ਸਰਾਪ ਨਾ ਦੇ ਦੇਣ ਤੇਰੀ ਸਿਫਾਰਿਸ਼ ਕਰਦੇ ਦੀ। ਹੋਵੇ ਖਵਾਰ ਸੋ ਪੀੜੀ ਲਾਕ, ਪੀੜੀਆਂ ਤੱਕ ਕੋ ਖੁਆਰ ਹੋਣਾ ਪੈਂਦਾ ਹੈ ਜੇ ਬਚਨ ਕੌੜਾ ਨਿਕਲ ਜਾਵੇ ਮਹਾਪੁਰਸ਼ਾਂ ਦਾ। ਦੋਹਰਾ ਸੁਬੇਗ ਸਿੰਘ ਚੁੱਪ ਹੋ ਰਹਿਓ, ਫੁਰੈ ਨਾ ਕਾਈ ਬਾਤ। ਸੁਬੇਗ ਸਿੰਘ ਨੂੰ ਬਾਰ-ਬਾਰ ਜ਼ਕਰੀਆ ਨੇ ਬੇਨਤੀ ਕੀਤੀ, ਪਰ ਉਹਦੀ ਗੱਲ ਸੁਣ ਕੇ ਅੱਗੋਂ ਦੱਸਿਆ ਵੀ ਇਹ ਬਚਨ ਕੌੜਾ ਹੋ ਗਿਆ,
ਕੈੜਾ ਬਚਨ ਸਿੰਘ ਸ਼ਹੀਦ ਦਾ ਹੋਇਆ ਤੇ ਤੂੰ ਮਾੜਾ ਕੀਤਾ। ਹਾਂਜੀ, ਨਵਾਬ ਤਬੈ ਲਾਵਣ ਲੱਗੋ, ਸੋ ਬੇਗ ਸਿੰਘ ਪਗ ਹਾਤ। ਉਹੀ ਨਵਾਬ ਜ਼ਕਰੀਆ